ਸਾਹਿਬ ਜੀਓ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ। ਬਿਨ ਜਾਣੇ ਅਨਬੰਧ ਕੇ ਸੋਗਰ ਪ੍ਰਬਿਰਤਹਿ ਨਾਇ। ਸੁਨਤ ਦਾਸ ਤਬ ਐਸ ਬਿਦ ਅਨਬੰਧ ਵੇਦ ਅਲਾਇ। ਬਿਨ ਜਾਣੇ ਅਨਬੰਧ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਕੱਲ ਦੇ ਦੀਵਾਨ ਤੋਂ ਆਪਾਂ ਜੋ ਇਹ ਗੁਰਪੁਰਬ ਪ੍ਰਕਾਸ਼ ਨਾਮ ਦਾ ਗ੍ਰੰਥ ਹੈ, ਪੁਸਤਕ ਹੈ, ਇਹਨੂੰ ਪੜ੍ਹਨਾ ਕਥਾ ਵਿਆਖਿਆ ਰੂਪ ਦੇ ਵਿੱਚ ਪ੍ਰਾਰੰਭ ਕੀਤਾ ਹੈ। ਇਸ ਗ੍ਰੰਥ ਨੂੰ ਕਿਸ ਨੇ ਲਿਖਿਆ, ਉਹਦਾ ਨਾਮ ਕੀ ਸੀ, ਤੇ ਇਹ ਗ੍ਰੰਥ ਰਚਨ ਵਾਸਤੇ ਕਿਹਨੇ ਪ੍ਰੇਰਿਆ, ਉਹਦਾ ਨਾਮ ਕੀ ਸੀ। ਇਹ ਕੱਲ੍ਹ ਦੇ ਸਮੇਂ ਵਿੱਚ ਆਪਾਂ ਸਾਰੀ ਵਾਕਫੀ ਇਤਿਹਾਸ ਕੀਤੀ ਹੈ। ਅੱਜ ਅਗਲਾ ਪ੍ਰਸੰਗ ਕਰਨ ਤੋਂ ਪਹਿਲਾਂ ਥੋੜ੍ਹਾ ਬਹੁਤਾ ਇਸ ਸੰਬੰਧੀ ਜੋ ਕੱਲ੍ਹ ਦੱਸਿਆ ਗਿਆ ਅੱਜ ਵੀ ਦੱਸਿਆ ਜਾਏ ਤਾਂ ਕਿ ਲੜੀ ਜੁਟ ਜਾਏ। ਉਹ ਸੰਖੇਪ ਰੂਪ ਦੇ ਵਿੱਚ ਜਿਸ ਨੇ ਗੁਰਪੁਰਬ ਪ੍ਰਕਾਸ਼ ਨਾਮ ਦਾ ਗ੍ਰੰਥ ਰਚਿਆ ਹੈ ਕਾਵਿ ਦੇ ਨਿਯਮਾਂ ਵਿੱਚ, ਉਹਦਾ ਨਾਮ ਸੀ ਸੰਤ ਰੇਣ ਪ੍ਰੇਮ ਸਿੰਘ। ਤੇ ਉਹਦੇ
ਹੰਸ ਵਿੱਚ ਹੀ ਹੋਏ ਬਾਬਾ ਬਨੋਰ ਸਿੰਘ ਜੀ। ਆਪ ਵੀ ਇਹ ਸੰਤ ਰੇਣ ਕਵੀ ਪ੍ਰੇਮ ਸਿੰਘ ਗੁਰੂ ਅੰਗਦ ਸਾਹਿਬ ਜੀ ਦੀ ਹੰਸ ਵਿੱਚੋਂ ਸੀ। ਇਹਨਾਂ ਦੇ ਜਿਹੜੇ ਕੋਈ ਵੱਡ ਵਡੇਰੇ ਬਾਬਾ ਬਨੋਰ ਸਿੰਘ ਜੀ, ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗੁਰੂ ਕਲਗੀਧਰ ਜੀ ਨੇ 5 ਪਿਆਰਿਆਂ ਰੂਪ ਦੇ ਵਿੱਚ ਨਾਲ ਤੋਰੇ ਸੀ, ਭੇਜੇ ਸੀ, ਜਿਨ੍ਹਾਂ ਦੇ ਅੱਗੇ ਪੁੱਤਰ ਸਨ ਕਾਹਨ ਸਿੰਘ ਜੀ। ਸੋ ਇਹਨਾਂ ਨੇ ਇਹ ਪਹਿਲਾਂ ਵਾਰਤਕ ਰੂਪ ਦੇ ਵਿੱਚ ਥੋੜਾ ਬਹੁਤਾ ਗ੍ਰੰਥ ਲਿਖਿਆ ਸੀ। ਫਿਰ ਬੇਦੀਆਂ ਦੀ ਵੰਸ਼ ਦੇ ਵਿੱਚੋਂ ਬਾਬਾ ਪ੍ਰੇਮ ਸਿੰਘ ਜੀ ਹੋਏ ਵਿਦਵਾਨ ਸਿਆਣੇ। ਉਹ ਰਹਿੰਦੇ ਸੀ ਪਟਿਆਲੇ। ਉਹਨਾਂ ਨੇ ਫਿਰ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਦੇ ਕੋਲ ਬੇਨਤੀ ਕੀਤੀ ਸੀ ਵੀ ਤੁਹਾਡੀ ਹੰਸ ਵਿੱਚੋਂ ਹੀ ਪਹਿਲਾਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜਨਮ ਸਾਖੀ, ਜਿਹਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਹੀਆ ਜਾਂਦਾ, ਉਹ ਗੁਰੂ ਅੰਗਦ ਸਾਹਿਬ ਜੀ ਨੇ ਕਹਿ ਕੇ ਲਿਖਾਈ ਸੀ। ਪੈੜਾ ਮੋਖਾ ਖਤਰੀ ਨੇ ਉਹ ਲਿਖੀ ਸੀ। ਉਹਦੇ ਵਿੱਚ ਬਹੁਤਾ ਵਾਧਾ ਘਾਟਾ ਹੋ ਗਿਆ। ਆ ਜਿਹੜਾ ਹੰਡਾਲੀਆਂ ਦਾ ਪੋਤਰਾ ਸੀ, ਜਿਹਦਾ ਨਾਮ ਸੀ ਕਬੀਰ, ਉਹਨੇ ਆਪਣੇ ਘਰ ਦੇ ਵਿੱਚ ਮਰਾਸਣ ਤੁਰਕਣੀ ਲਿਆਂਦੀ ਸੀ। ਉਹ ਬਕਾਰੀ ਹੋ ਗਿਆ ਸੀ ਵੀ ਆਪਣਾ ਪਰਦਾ ਢਕਣ ਵਾਸਤੇ। ਫਿਰ ਉਹਨੇ ਇਹੋ ਜਿਹੇ ਉਸ ਜਨਮ ਸਾਖੀ ਵਿੱਚ ਉਹ ਪ੍ਰਸੰਗ ਲਿਖ ਦਿੱਤੇ ਤਾਂ ਕਿ ਕੋਈ ਕਹਿ ਨਾ ਸਕੇ ਵੀ ਇਹਨੇ ਕੋਈ ਮਾੜਾ ਕੀਤਾ ਹੈ। ਇਹ ਦੂਜਾ ਸੀ ਕਬੀਰ ਸਾਹਿਬ ਜੀ ਦੀ ਹੰਸ ਵਿੱਚੋਂ ਇਹੋ ਜਿਹਾ ਕੋਈ ਹੋਇਆ ਸਾਕਤ ਜਾ। ਇਹ ਦੋਹਾਂ ਨੇ ਰਲ ਮਿਲ ਕੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਗਾੜ ਦਿੱਤੀ ਹੈ। ਭਾਵੇਂ ਹੋਰ ਵੀ ਧਾਰਮਿਕ ਗ੍ਰੰਥ ਹੈਗੇ, ਇਤਿਹਾਸ ਵਾਲੇ ਹੈਗੇ। ਕਵੀ ਸੰਤੋਖ ਸਿੰਘ ਜੀ ਦਾ ਵੀ ਇਤਿਹਾਸ ਲਿਖਿਆ ਹੋਇਆ ਹੈ, ਪਰ ਉਹਨਾਂ ਵਿੱਚ ਵੀ ਰਲਾ ਮਲਾ ਹੋ ਸਕਿਆ ਹੈ। ਤੁਸੀਂ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਦੁਬਾਰਾ ਇਹ ਸੋਧ ਕੇ ਲਿਖੋ, ਇਤਿਹਾਸ ਸੋਧ ਕੇ ਗ੍ਰੰਥ ਰਚੋ। ਕਹਿੰਦੇ ਉਹਦੀ ਬੇਨਤੀ ਨੂੰ ਮੈਂ ਪ੍ਰਵਾਨ ਕਰਦਿਆਂ ਹੋਇਆ ਫਿਰ ਇਹ ਜਿਹੜਾ ਗ੍ਰੰਥ ਹੈ ਉਹ ਲਿਖਣਾ ਸ਼ੁਰੂ ਕੀਤਾ। ਲਿਖਣ ਤੋਂ ਪਹਿਲਾਂ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਆ, ਕਾਬਲ, ਕੰਧਾਰ, ਬਲਖ, ਉਦਾਰਾ, ਮੱਕਾ, ਮਦੀਨਾ, ਅਰਬ ਦੇਸ਼ਾਂ ਵਿੱਚ ਕਹਿੰਦੇ ਸਾਰੇ ਮੈਂ ਕਹਿੰਦੇ ਚੱਕਰ ਵੀ ਲਾਇਆ। ਜਿੱਥੋਂ ਕਿੱਥੋਂ ਕੋਈ ਸ਼ੁੱਧ ਰੂਪ ਦੇ ਵਿੱਚ ਮੈਨੂੰ ਇਹ ਪ੍ਰਸੰਗ ਮਿਲੇ, ਫਿਰ ਉਹ ਸਾਰੇ ਲਿਖ ਲਿਖਾ ਕੇ ਫਿਰ ਮੈਂ ਇਹ ਗ੍ਰੰਥ ਕਾਵ ਦੇ ਰਚਨਾ ਵਿੱਚ ਉਹ ਲਿਖਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਜਾਣੀ ਉਹ ਸਰੋਤਾ ਸੀ ਮੁੱਖ ਰੂਪ ਦੇ ਵਿੱਚ ਭਾਈ ਪ੍ਰੇਮ ਸਿੰਘ, ਜੋ ਬੇਦੀਆਂ ਦੀ ਵੰਸ਼ ਵਿੱਚੋਂ ਸੀ, ਗੁਰੂ ਨਾਨਕ ਸਾਹਿਬ ਜੀ ਦੀ ਹੰਸ ਵੰਸ਼ ਵਿੱਚੋਂ ਸੀ। ਤੇ ਜਿਹੜਾ ਇਹ ਗ੍ਰੰਥ ਉਚਾਰਨ ਵਾਲਾ ਹੈ ਕਵੀ ਸੰਤ ਰੇਣ ਪ੍ਰੇਮ ਸਿੰਘ, ਇਹ ਸੀ ਗੁਰੂ ਅੰਗਦ ਸਾਹਿਬ ਜੀ ਦੀ ਹੰਸ ਵੰਸ਼ ਵਿੱਚੋਂ। ਜਿਵੇਂ ਉਹਨਾਂ ਨੇ ਇਹ ਗ੍ਰੰਥ ਤੋਂ ਪਹਿਲਾਂ ਇਹ ਵੀ ਪੁੱਛਿਆ ਪ੍ਰੇਮ ਸਿੰਘ ਨੇ ਵੀ ਜਿਹੜਾ ਗ੍ਰੰਥ ਹੈ ਰਚਨ ਤੋਂ ਪਹਿਲਾਂ ਜਿਹੜਾ ਕੋਈ ਵਿਦਵਾਨ ਹੈ ਉਹ ਅਨੁਬੰਧ ਕਹਿੰਦਾ ਹੈ, ਤੇ ਤੁਸੀਂ ਹੁਣ ਇਹ ਗ੍ਰੰਥ ਰਚਣ ਲੱਗੇ ਹੋ, ਇਹਦੀ ਅਨੁਬੰਧ ਕਹੋ। ਅਨੁਬੰਧ ਦਾ ਜਾਣੀ ਉਹ ਸੌਖਾ ਅਰਥ ਹੈ, ਜਾਣੀ ਸੁਖੱਲੇ ਢੰਗ ਨਾਲ ਜੇ ਸਮਝਣਾ ਹੋਵੇ, ਜਿਹੜਾ ਕੋਈ ਪੜ੍ਹਨ ਵਾਲੇ ਨੂੰ
ਜਾਂ ਸੁਣਨ ਵਾਲੇ ਨੂੰ ਚੰਗੀ ਤਰ੍ਹਾਂ ਬੰਨ੍ਹ ਦੇਵੇ, ਚੰਗੀ ਤਰ੍ਹਾਂ ਉਹਦੇ ਵਿੱਚ ਜੋੜ ਦੇਵੇ। ਹੁਣ ਉਹ ਜੁੜੂ ਤਾਂ ਹੀ ਜੇ ਉਹ ਚੰਗੀ ਤਰ੍ਹਾਂ ਜਾਣੂ ਹੋਊਗਾ ਅਨੁਬੰਧ ਦਾ। ਅਨੁਬੰਧ ਅੱਗੇ 4 ਹਿੱਸਿਆਂ ਵਿੱਚ ਹੋ ਜਾਂਦਾ ਹੈ। ਜਿਵੇਂ ਉਹ ਮਨ ਦੇ 4 ਹਿੱਸੇ ਹੋ ਜਾਂਦੇ ਹੈ ਨਾ। ਇੱਕ ਤਾਂ ਜਿਹੜੀ ਸੰਕਲਪ ਵਿਕਲਪ ਕਰਨ ਵਾਲੀ ਬਿਰਤੀ ਹੈ, ਉਹਦਾ ਨਾਮ ਮਨ ਕੇ ਹੈ। ਸੰਕਲਪੋ ਵਿਕਲਪੋ ਹੀ ਮਨਾ। ਤੇ ਜਿਹੜੀ ਤਰ੍ਹਾਂ ਤਰ੍ਹਾਂ ਦੀਆਂ ਚੇਤਵਨੀਆਂ ਉਹ ਬਿਰਤੀ ਕਰਦੀ ਹੈ, ਉਹਦਾ ਵਿਦਵਾਨਾਂ ਨੇ ਨਾ ਚਿੱਤ ਰੱਖ ਲਿਆ ਹੈ। ਇੱਕ ਦੂਜਾ ਹਿੱਸਾ ਇਹ ਹੋ ਗਿਆ ਮਨ ਦਾ। ਇਹ ਤਰ੍ਹਾਂ ਤਰ੍ਹਾਂ ਦੇ ਜਿਹੜੀ ਕੋਈ ਨਿਰਣੇ ਕਰ ਰਹੀ ਹੈ ਬਿਰਤੀ, ਜਿਹਨੂੰ ਉਹਦਾ ਨਾਂ ਫਿਰ ਬੁੱਧ ਰੱਖ ਲਿਆ ਉਹਨਾਂ ਨੇ, ਅਕਰ ਰੱਖ ਲਿਆ। ਜਿਹੜੀ ਮਨ ਦੀ ਬਿਰਤੀ ਅਹੰ ਭਾਵ ਕਰਦੀ, ਮੈਂ ਕਰਦੀ ਹੈ, ਮੈਂ ਐਸੇ ਕਰੂੰਗਾ, ਮੈਂ ਐਸੇ ਕਰ ਦਿੱਤਾ, ਉਸ ਬਿਰਤੀ ਦਾ ਚੌਥਾ ਨਾਮ ਉਹਨਾਂ ਨੇ ਹੰਕਾਰ ਰੱਖ ਲਿਆ, ਅਹੰ ਭਾਵ ਰੱਖ ਲਿਆ ਹੈ ਇੱਕੋ ਹੀ। ਔਰ ਕਿਰਿਆ ਉਹ ਅੱਡੋ ਅੱਡੀ ਕਰ ਰਹੀ ਹੈ ਬਿਰਤੀ, ਇਸ ਕਰਕੇ ਉਹਦੇ 4 ਨਾਂ। ਜਿਵੇਂ ਕੋਈ ਬ੍ਰਾਹਮਣ ਆਪਣੇ ਹੱਥ ਵਿੱਚ ਕੋਈ ਧਾਰਮਿਕ ਪੁਸਤਕ ਗੀਤਾ ਜਾਂ ਭਾਗਵਤ ਪੜ੍ਹਨ ਲੱਗ ਪਏ ਲੈ ਕੇ, ਫਿਰ ਉਹਨੂੰ ਅਸੀਂ ਵਿਦਵਾਨ ਕਹਾਂਗੇ, ਪੰਡਿਤ ਕਹਾਂਗੇ, ਕਥਾਵਾਚਕ ਕਹਾਂਗੇ। ਤੇ ਜੇ ਉਹ ਪੁਸਤਕ ਜੀ ਰੱਖ ਕੇ ਕਥਾ ਕਰਨੀ ਛੱਡ ਕੇ ਰਸੋਈ ਵੀ ਚਲਿਆ ਜਾਏ, ਉੱਥੇ ਜਾ ਕੇ ਦਾਲ ਸਬਜ਼ੀ ਬਣਾਉਣ ਲੱਗ ਜਾਏ, ਯਾਨੀ ਰਸੋਈ ਦਾ ਕੰਮ ਕਰਨ ਲੱਗ ਜਾਏ, ਫਿਰ ਅਸੀਂ ਇਹਨੂੰ ਵਿਦਵਾਨ ਤਾਂ ਨਹੀਂ ਕਿ ਪੰਡਿਤ ਨਾ ਕਿ ਫਿਰ ਤਾਂ ਰਸੋਈਆ ਕਹਾਂਗੇ, ਕਥਾਵਾਚਕ ਨਹੀਂ ਕਹਾਂਗੇ। ਹੈ ਉਹੀ ਕੋਈ ਰਸੋਈ ਚਲੋ ਜਾਓ, ਜੋ ਰਸੋਈ ਵਾਲੀ ਕਿਰਿਆ ਕਰੂ ਫਿਰ ਉਹਦਾ ਨਾਂ ਰਸੋਈਆ ਹੈ। ਇਸੇ ਤਰ੍ਹਾਂ ਰਸੋਈ ਚੋਂ ਨਿਕਲ ਕੇ ਜੇ ਉਹ ਦੁਕਾਨ ਤੇ ਜਾ ਬੈਠੇ, ਫਿਰ ਅਸੀਂ ਕਹਿੰਦੇ ਵੀ ਇਹ ਦੁਕਾਨਦਾਰ ਹੈ ਜੀ, ਇਹ ਬਿਜ਼ਨਸਮੈਨ ਹੈ। ਜੇ ਉਹ ਹਲ ਵਗੈਰਾ ਲੈ ਕੇ ਆ ਖੇਤੀ ਦਾ ਧੰਦਾ ਕਰਨ ਲੱਗ ਜੇ, ਫਿਰ ਅਸੀਂ ਉਸੇ ਨੂੰ ਕਿਸਾਨ ਕਹਿਣ ਲੱਗ ਪੈਂਦੇ, ਹੁੰਦਾ ਉਹੀ ਮਨੁੱਖ ਹੈ। ਜਾਣੀ ਉਹ ਕਿਰਿਆ ਦੇ ਨਾਲ ਉਹਦੇ ਉਪਨਾਮ ਬਦਲ ਜਾਂਦੇ। ਵਿਦਿਆ ਪੜ੍ਹਦਾ ਪੜ੍ਹਾਉਂਦਾ ਤਾਂ ਵਿਦਵਾਨ ਹੈ, ਰਸੋਈ ਵਿੱਚ ਕਿਰਿਆ ਕਰਦਾ ਤਾਂ ਰਸੋਈਆ ਹੈ, ਰੋਟੀਆਂ ਸਬਜ਼ੀਆਂ ਪਕਾਉਂਦਾ ਵਰਤਾਉਂਦਾ ਹੈ। ਜੇ ਹਲ ਵਾਹੁੰਦਾ ਤਾਂ ਫਿਰ ਨਾ ਕਿਸਾਨ ਹੈ, ਜੇ ਦੁਕਾਨ ਤੇ ਬੈਠਦਾ ਫਿਰ ਬਿਜ਼ਨਸਮੈਨ ਹੈ, ਵਪਾਰੀ ਹੈ, ਬਾਣੀਆ ਹੈ। ਵੀ ਇਸ ਤਰ੍ਹਾਂ ਇਹ ਜਿਵੇਂ ਮਨ ਦੀ ਬਿਰਤੀ ਅੱਡੋ ਅੱਡੀ ਕਿਰਿਆ ਹੈ ਨਾ, ਵੀ ਜੇ ਉਹ ਚਿਤਵਨੀ ਕਰ ਰਹੀ ਹੈ, ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਜੀਆਂ ਕਰਦੀ ਬਿਰਤੀ, ਐ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਸਾਡੇ ਅੰਦਰ ਕਰਦਾ ਹੁੰਦਾ ਨਾ ਕਈ ਵਾਰੀ ਮਨ, ਐ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਨਹੀਂ ਹੋਣਾ ਚਾਹੀਦਾ ਸੀ। ਉਹ ਚਿਤਵਨੀਆਂ ਜੀਆਂ ਕਲਪਨਾ ਨਹੀਂ ਕਰਦਾ, ਉਹਦਾ ਨਾਮ ਵਿਦਵਾਨਾਂ ਨੇ ਉਸ ਬਿਰਤੀ ਦਾ ਨਾਂ ਚਿੱਤ ਰੱਖ ਲਿਆ। ਜਦੋਂ ਅਸੀਂ ਕੋਈ ਨਿਰਣੇ ਕਰਦੇ ਤਰ੍ਹਾਂ ਤਰ੍ਹਾਂ ਨਾਲ, ਵੀ ਇਹਦੇ ਵਿੱਚ ਸਾਨੂੰ ਲਾਭ ਹੋਊਗਾ, ਇਹਦੇ ਵਿੱਚ ਘਾਟਾ ਪੈ ਜਾਊਗਾ, ਜੇ ਆਹ ਕਰੂੰ ਤੇ ਇੰਨਾ ਵਾਧਾ ਹੋ ਜਾਊਗਾ, ਇਹ ਕਰਾਂਗੇ ਤੇ ਇਹਦੇ ਵਿੱਚ ਇੰਨਾ ਘਾਟਾ ਪੈ ਜਾਊਗਾ, ਫਿਰ ਉਹ ਨਿਰਣੇ ਜੇ ਕਰਦੇ ਨਾ, ਉਹ ਮਨ ਦੀ ਬਿਰਤੀ ਕਰਦੀ ਨਹੀਂ ਸਾਡੀ। ਹੈ ਤਾਂ ਉਹੀ ਬਿਰਤੀ, ਉਹ ਜਦੋਂ ਨਿਰਣੇ ਕਰਨ ਲੱਗ ਜਾਂਦੀ ਹੈ, ਫਿਰ ਉਹਦਾ ਨਾਂ ਵਿਦਵਾਨਾਂ ਨੇ ਬੁੱਧੀ ਰੱਖਦਾ, ਕਿਉਂਕਿ ਕਿਰਿਆ ਬਿਰਤੀ ਦੀ ਬਦਲ ਗਈ ਹੈ। ਜਦੋਂ ਅਹੰ ਭਾਵ ਕਰਦੀ ਹੈ ਉਹੀ ਬਿਰਤੀ, ਫਿਰ ਉਹਦਾ ਨਾਂ ਹੰਕਾਰ ਰੱਖ ਲਿਆ ਉਹਨਾਂ ਨੇ।
इस तरह जिहड़े अनुबंध है ਇਹਦੇ भी एक 4 हिस्से हो जाते हैं। वो विचार सागर दे विच नीचल दास ने अपने ग्रंथ लिखण तो पहला ये लिखे ने, अधिकारी संबंध विषय प्रयोजन मेल चव, कहर सो कव अनुमंतन में अधिकारी सुनो। ते पहला क्या न अनुबंध पछाना जाओ लो, वह न प्रवृत सुगर न लो लो। जिन्ना चਿਰ ਮਨੁੱਖ ਕਹਿੰਦੇ ਗ੍ਰੰਥ ਵਿੱਚ ਜਿਹੜਾ ਅਨੁਬੰਧ ਹੈ, ਜਿਹੜਾ ਇਹ ਗ੍ਰੰਥ ਵਿੱਚ ਉਹਨੂੰ ਚੰਗੀ ਤਰ੍ਹਾਂ ਜੋੜਨ ਵਾਲਾ ਹੈ, ਇਹ ਬੰਨ ਕੇ ਰੱਖਣ ਵਾਲਾ ਗ੍ਰੰਥ ਹੈ। ਜਿੰਨਾ ਚਿਰ ਉਹਨੂੰ ਜਾਣਦਾ ਨਹੀਂ, ਉਹਨਾਂ ਚਿਰ ਕਹਿੰਦੇ ਮਨੁੱਖ ਉਹਦੇ ਵਿੱਚ ਪ੍ਰਵਿਰਤ ਨਹੀਂ ਹੁੰਦਾ, ਉਹਦੇ ਪੜ੍ਹਨ ਵਿੱਚ ਨਹੀਂ ਜੁੜਦਾ, ਉਹਨੂੰ ਪੜ੍ਹਦਾ ਨਹੀਂ ਹੈ। ਹੁਣ ਜੇ ਕੋਈ ਪੁਸਤਕ ਆਪਾਂ ਕਿਸੇ ਨੂੰ ਦੇ ਦਈਏ, ਉਹ ਕਹੂਗਾ ਵੀ ਇਹਦੇ ਵਿੱਚ ਕੀ ਕੁਛ ਲਿਖਿਆ ਹੈ, ਜਿਹੜੀ ਉਹਦੀ ਬਾਪ ਕੀ ਹੈ ਤਾਂ ਨਾ ਸਾਰਾ ਕੁਛ ਵੀ ਉਹ ਅਨੁਬੰਧ ਹੈ, ਇੱਕ ਹਿੱਸਾ ਹੈ ਜਿਹੜੀ ਉਹਨੂੰ ਬਾਪ ਕੀ, ਫਿਰ ਇਹਨੂੰ ਵੀ ਪੜ੍ਹ ਕਿਹੜਾ ਸਕਦਾ ਹੈ। ਹੁਣ ਪਹਿਲੀ ਦੀ ਜਮਾਤ ਤਾਂ ਫਿਰ ਉਹੀ ਹੋਰ ਵਿਦਿਆਰਥੀ ਪੜੂਗਾ, ਉਹ 'ਚ ਡਿਗਰੀ ਆਈ ਜਿਹੜੀ ਬੱਕੀ ਹੈ, ਹੋਰ ਕੋਈ ਪੜੂ, ਅਧਿਕਾਰੀ ਉਹਦਾ ਹੋਰ ਹੈ। ਇਹ ਤਾਂ ਨਹੀਂ ਉਰੇ ਵਾਲੇ ਨੂੰ ਪੜ੍ਹਾ ਦੇ, ਫਿਰ ਡਬਰਾ ਮਿਲੀ ਉਹ ਪੁਸਤਕ ਪੜ੍ਹਾ ਦੇ ਆਪਾਂ ਵੀ ਉਹ ਪੜ੍ਹ ਲੂਗਾ, ਉਹਦਾ ਅਧਿਕਾਰੀ ਹੋਰ ਹੈ, ਉਹਦਾ ਅਧਿਕਾਰੀ ਹੋਰ ਹੈ। ਇਸ ਤਰ੍ਹਾਂ ਕਹਿੰਦੇ ਵੀ ਫਿਰ ਉਹ ਕਹਿੰਦੇ ਅਨੁਬੰਧ ਅੱਗੇ ਜਦੋਂ ਮਨੁੱਖ ਜਾਣ ਲੈਂਦਾ ਨਾ, ਇਹ ਸੁਣਿਆ ਪ੍ਰਬੰਧਾ ਇਹ ਗ੍ਰੰਥ ਨੂੰ ਕਹਿੰਦੇ, ਫਿਰ ਉਹ ਪ੍ਰਬੰਧ ਕੀ ਇਹ ਗ੍ਰੰਥ ਨੂੰ ਸੁਣ ਲੱਗ ਪੈਂਦਾ ਹੈ। ਜਿਸ ਅਨੁਬੰਧ ਨੂੰ ਸਿਆਣਾਪੁਰ ਜਾਣ ਕੇ ਫਿਰ ਪ੍ਰਬੰਧ ਨੂੰ ਮਜਬੂਰ ਨੂੰ ਗ੍ਰੰਥ ਨੂੰ ਸੁਣਦਾ ਹੈ। ਕਹੂੰਗੇ ਜਾਤੇ ਤੇ ਅਨੁਬੰਧ ਆਏ ਕਰਕੇ ਮੈਂ ਕਹਿੰਦੇ ਉਹ ਅਨੁਬੰਧ ਕਹਿੰਦਾ ਹਾਂ। ਇਹ ਵਿਚਾਰ ਸਾਗਰ ਦਾ ਕਰਤਾ ਕਹਿੰਦਾ ਨੀਚਲ ਦਾਸ। ਉਹ ਕਿਹੜਾ ਹੈ? ਅਧਿਕਾਰੀ ਸੰਬੰਧ ਵਿਸ਼ੇ ਪ੍ਰਯੋਜਨ ਮੇਲ ਚਾਵ। ਪਹਿਲਾ ਅਨੁਬੰਧ ਹੈ ਅਧਿਕਾਰੀ, ਦੂਜਾ ਉਹਦਾ ਹਿੱਸਾ ਹੈ ਸੰਬੰਧ, ਤੀਸਰਾ ਉਹਦਾ ਹਿੱਸਾ ਵਿਸ਼ੇ, ਚੌਥਾ ਉਹਦਾ ਹਿੱਸਾ ਪ੍ਰਯੋਜਨ। ਇਹ ਜਿਹੜੇ ਚਾਰ ਹੈ ਇਹ ਇਕੱਠੇ ਹੋ ਗਏ। ਇੱਕ ਚੌਹਾਂ ਦਾ ਇਕੱਠਿਆਂ ਦਾ ਨਾਮ ਕਹਿ ਸੋ ਕਨ ਅਨੁਬੰਧ। ਕਵੀ ਲੋਕ ਜਿਹੜੇ ਚੰਗੇ ਕਵੀ ਇਹਨੂੰ ਅਨੁਬੰਧ ਕਹਿੰਦੇ ਹੈ। ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਹਿੱਸਾ ਹੈ ਤੈਨੂੰ ਮੈਂ ਅਧਿਕਾਰੀ ਸੁਣੋ। ਵੀ ਜਿਹੜਾ ਅਧਿਕਾਰੀ ਹੈ ਉਹ ਕਿਹੜਾ ਹੈ? ਜੋ ਅਧਿਕਾਰੀ ਉਹ ਹੈ ਵੀ ਜਿਹੜਾ ਆਪਣਾ ਦਿਲ ਤੇ ਆਪਣੀ ਜਿੰਦ ਜਾਨ ਆਪਣੇ ਮੁਰਸ਼ਿਦ ਤੋਂ ਆਪਣੇ ਗੁਰੂ ਤੋਂ ਕੁਰਬਾਨ ਕਰਦਾ ਹੈ। ਯਾਨੀ ਜਿਹੜਾ ਆਪਣੇ ਗੁਰੂ ਤੋਂ ਆਪਣਾ ਜਿੰਦ ਨਾਲ ਨੂੰ ਵੀ ਕੁਰਬਾਨ ਕਰ ਸਕਦਾ ਹੈ ਤੇ ਆਪਣਾ ਦਿਲ ਵੀ, ਦਿਲੋਂ ਗੁਰੂ ਉੱਪਰ ਅਥਾਹ ਸ਼ਰਧਾ ਰੱਖਦਾ ਹੈ ਤੇ ਜੇ ਲੋੜ ਪਏ ਫਿਰ ਗੁਰੂ ਤੋਂ ਜਿੰਦ ਜਾਨ ਵੀ ਕੁਰਬਾਨ ਕਰਦਾ ਹੈ। ਫਿਰ ਉਹ ਅਧਿਕਾਰੀ ਹੈ। ਯਾਨੀ ਇਹ ਜਿਹੜਾ ਪੁਸਤਕ ਹੈ ਨਾ, ਜਿਹੜਾ ਮੈਂ ਲਿਖ ਰਿਹਾ ਹਾਂ, ਵੀ ਉਹ ਇਹਦਾ ਪੜ੍ਹਨ ਸੁਣਨ ਦਾ ਅਧਿਕਾਰੀ ਹੈ ਜਿਹੜਾ ਦਿਲੋਂ ਤੇ ਗੁਰੂ ਤੋਂ ਆਪਣੀ ਜਿੰਦ ਜਾਨ ਕੁਰਬਾਨ ਕਰ ਸਕਦਾ ਹੋਵੇ, ਅਸਲ ਰੂਪ ਦੇ ਵਿੱਚ ਹੱਕਦਾਰ ਹੋਵੇ। ਦੂਜਾ ਹੁੰਦਾ ਵਿਸ਼ਾ, ਮਜਬੂਨ ਕਹਿ ਦਿਓ ਜਿਵੇਂ ਅਸੀਂ ਕਹਿੰਦੇ ਵੀ ਇਹ ਪੁਸਤਕ ਦਾ ਮਜਬੂਨ ਕੀ ਹੈ, ਇਹਦਾ ਵਿਸ਼ਾ ਕੀ ਹੈ, ਇਹਦੇ ਵਿੱਚ ਕੀ ਕੀ ਕਥਨ ਕੀਤਾ ਗਿਆ ਹੈ। ਕਹਿੰਦੇ ਇਹਦਾ ਵਿਸ਼ਾ ਹੈ ਪ੍ਰੇਮਾ ਭਗਤੀ ਤੇ ਗੁਰੂ ਮਹਿਮਾ।
ਵੀ ਪ੍ਰੇਮਾ ਭਗਤੀ ਤੇ ਗੁਰੂ ਦੀ ਮਹਿਮਾ ਇਹਦਾ ਖਾਸ ਮਜ਼ਮੂਨ ਹੈ, ਵਿਸ਼ਾ ਹੈ। ਤੀਜਾ ਹੈ ਸੰਬੰਧ। ਕਹਿੰਦੇ ਜਿਹੜੀ ਆ ਵਿਸ਼ਾ ਪ੍ਰੇਮਾ ਭਗਤੀ ਅਤੇ ਗੁਰੂ ਮਹਿਮਾ ਹੋ ਗਿਆ, ਇਹਨਾਂ ਦਾ ਪ੍ਰਤੀਪਦ ਹੈ ਤੇ ਪ੍ਰਤੀਪਾਦਕ ਸੰਬੰਧ ਹੈ। ਯਾਨੀ ਜਿਹੜਾ ਗ੍ਰੰਥ ਹੈ, ਗ੍ਰੰਥ ਨੂੰ ਵਿਦਵਾਨ ਪ੍ਰਤੀਪਾਦਕ ਕਹਿੰਦੇ ਹੈ, ਤੇ ਜਿਹੜਾ ਇਹਦੇ ਵਿੱਚ ਵਿਸ਼ਾ ਹੈ ਨਾ, ਮਜ਼ਮੂਨ ਹੈ, ਉਹਨੂੰ ਪ੍ਰਤੀਪਦ ਹੈ ਕਹਿੰਦੇ ਨੇ। ਸੌਖਿਆ ਸੁਣਨ ਵਾਲੇ ਹੋ, ਕਿਉਂਕਿ ਲਫ਼ਜ਼ ਹੋ ਜੇ ਉਹਨਾਂ ਨੇ। ਫਿਰ ਅੱਗੇ ਹੁੰਦਾ ਵੀ ਉਹ ਫਲ ਪ੍ਰਯੋਜਨ। ਵੀ ਇਹਦਾ ਮਤਲਬ ਕੀ ਹੈ? ਵੀ ਸੰਸਾਰ ਦੁੱਖਾਂ ਦੀ ਅਤਿਅੰਤ ਅੰਤ ਨਿਵਰਤੀ ਤੇ ਪਰਮਾਨੰਦ ਕੀ ਪ੍ਰਾਪਤੀ, ਪਰਮੇਸ਼ਰ ਦੀ ਪ੍ਰਾਪਤੀ। ਇਹ ਫਲ ਕਹਿ ਲਓ, ਪ੍ਰਯੋਜਨ ਕਹਿ ਲਓ, ਇਹਦੇ ਲਿਖਣ ਦਾ ਮਤਲਬ ਕਹਿ ਲਓ। ਇਹਨੂੰ ਪ੍ਰਾਪੈ ਤੇ ਪ੍ਰਾਪਕ ਸੰਬੰਧ ਕਹਿੰਦੇ ਵਿਦਵਾਨ। ਅਧਿਕਾਰੀ ਨੂੰ ਵਿਦਵਾਨ ਪ੍ਰਾਪਕ ਕਹਿੰਦੇ ਹਨ ਤੇ ਫਲ ਨੂੰ ਵਿਦਵਾਨ ਪ੍ਰਾਪੈ ਕਹਿੰਦੇ ਹਨ। ਇਸ ਤਰ੍ਹਾਂ ਇਹ ਪ੍ਰਯੋਜਨ ਹੋਇਆ ਸੰਸਾਰ ਦੁੱਖਾਂ ਦੀ ਅਤਿਅੰਤ ਨਿਵਰਤੀ, ਪਰਮਾਨੰਦ ਕੀ ਪ੍ਰਾਪਤੀ। ਅੱਗੇ ਫਲ ਕੀ ਹੈ? ਗਿਆਨ। ਜਿਹੜਾ ਇਹਦੇ ਵਿੱਚੋਂ ਕੋਈ ਪ੍ਰਾਪਤ ਹੋਊਗਾ, ਅਖੀਰ ਤੇ ਹੁੰਦੇ ਫਲ ਹੁੰਦਾ ਨਾ, ਉਹ ਫਲ ਗਿਆਨ। ਵੀ ਜਿਹੜਾ ਪੜੂਗਾ ਉਹਨੂੰ ਗਿਆਨ ਰੂਪੀ ਫਲ ਮਿਲੂਗਾ, ਗਿਆਨ ਮਿਲ ਜੂ ਬ੍ਰਹਮ ਦਾ। ਜੋ ਫਲ ਦਾ ਅਧਿਕਾਰੀ, ਗਿਆਨ ਦਾ ਅਧਿਕਾਰੀ ਕਿਹੜਾ ਹੈ? ਉਹ ਲਿਖਿਆ ਹੀ ਹੈ ਵੀ ਜਿਹੜਾ ਪੜ੍ਹਨ ਸੁਣਨ ਵਾਲਾ ਹੈ, ਉਹ ਅਧਿਕਾਰੀ, ਉਹਨੂੰ ਗਿਆਨ ਰੂਪੀ ਫਲ ਮਿਲੂਗਾ ਤੇ ਪ੍ਰਯੋਜਨ ਵੀ ਉਹਦਾ ਸਿੱਧ ਹੋ ਜੂਗੀ। संसार दुख की अत्यंत निवृत्ति हो जाओ, परमानंद की उसको प्राप्ति हो जाएगी, परमेश्वर नू मिल जाएगा, संसार के दुखों की निवृत्ति हो जाएगी। इस तरह जानी विचार सागर के करते ने वो अनुबंध का निर्णय जा किया है। इत्थे भी कवि जी ने वो प्रेम सिंह जी के पुछण तो कहते महाराज भी जेड़ा ये ग्रंथ असी लिखण लगे हैं, इहदा अनुबंध भी कहो भी जिस करके ग्रंथ दे विच मनुख जुड़ जावे, इहनूं पढ़न लगे ही रहे, सुन लगे ही रहे। ते सुन के कहते इस तरह की फिर जिहड़ी है जिहड़ा अनुबंध है ग्रंथ का, वो कहते दसन लगे हैं। की कहते हैं आप अगला प्रसंग पढ़िए जी। बिन जाने अनुबंध के। प्रेम सिंह जी कहते ऐ कवि जी, जिन्ना चिर मनुख अनुबंध नहीं ना जानता है, जो ग्रंथ विच अनुबंधां दी वाकफियत नहीं जानता है भी किहड़ा अधिकारी है, किहड़ा इहदे विच मजमून है, किहड़ा लिखण दा प्रयोजन की है, मतलब की है, किहड़ा मिलू की पढ़े तो फल की मिलू, लाभ की हुए, चौहां दे संबंध विच नहीं जानदा। ਇਹਦੇ बिना जाने तो ये अनुबंध नूं सुगड़ प्रबिरतह नाय। ਜਿਹੜਾ ਸੁਗੜ ਸੁਜਾਨ ਸਿਆਣਾ ਮਨੁੱਖ ਹੈ ਉਹ ਤਾਂ ਫਿਰ ਪ੍ਰਵਿਰਤ ਨਹੀਂ ਹੁੰਦਾ, ਉਹ ਫਿਰ ਇਹ ਗ੍ਰੰਥ ਪੜ੍ਹਨ ਨਹੀਂ ਲੱਗਦਾ। ਉਹ ਕਹਿੰਦਾ ਐਵੇਂ ਕਾਹਨੂੰ ਮੱਥਾ ਮਾਰਨਾ ਹੈ। ਹੁਣ ਕੋਈ ਪੁਸਤਕ ਦੇ ਸੰਬੰਧ ਵਿੱਚ ਕੋਈ ਪਹਿਲਾਂ ਵਾਕਫੀਅਤ ਨਾ ਹੋਵੇ ਤੇ ਕੋਈ ਨਹੀਂ। ਜੇ ਕਿਸੇ ਨੇ ਪੜ੍ਹੀ ਹੋਈ ਹੈ ਨਾ, ਉਹ ਕਹੂਗਾ ਵੀ ਇਹ ਪੜ੍ਹਨ ਯੋਗ ਪੁਸਤਕ ਹੈ, ਤੂੰ ਪੜ੍ਹ ਕੇ ਦੇਖ, ਇਹਦੇ ਵਿੱਚੋਂ ਤੈਨੂੰ ਬਹੁਤ ਕੁਛ ਮਿਲੂਗਾ। ਜੋ ਕਹੂਗਾ ਵੀ ਕੀ ਹੈ, ਉਹ ਸਾਰਾ ਕੁਛ ਦੱਸ ਦੂ ਵੀ ਇਹਦੇ ਪੜ੍ਹਨ ਦਾ ਹੱਕਦਾਰ ਆ ਹੈ, ਇਹਦੇ ਵਿੱਚ ਮਜਬੂਨ ਆ ਹੈ, ਇਹਦੇ ਲਿਖਣ ਦਾ ਪ੍ਰਯੋਜਨ ਮਤਲਬ ਆ ਹੈ, ਤੇ ਇਹਦਾ
ਜਿਹੜਾ ਲਾਭ ਹੋਊਗਾ ਫਲ ਮਿਲੂਗਾ ਤੈਨੂੰ, ਬਹੁਤ ਗਿਆਨ ਮਿਲ ਜੂ ਇਹਦੇ ਵਿੱਚੋਂ, ਵਾਕਈ ਬਹੁਤ ਤਕੜੀ ਮਿਲੂ ਤੈਨੂੰ। ਫਿਰ ਮਨੁੱਖ ਝਟਪਟ ਪ੍ਰਵਿਰਤ ਹੋ ਜਾਂਦਾ, ਉਹਦੇ ਵਿੱਚ ਪੜ੍ਹਨ ਲੱਗ ਜਾਂਦਾ ਹੈ, ਕਿਉਂਕਿ ਅਨੁਬੰਧ ਜਾਣ ਲਿਆ, ਉਹ ਬਚ ਜਾਊਗਾ, ਉਹਦੇ ਵਿੱਚ ਜੁੜ ਜਾਊਗਾ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿਸੇ ਨੂੰ ਜੋੜਨਾ ਹੈ, ਫਿਰ ਸਾਰਾ ਕੁਝ ਦੱਸਣਾ ਪਊਗਾ ਵੀ ਇਹਦੇ ਵਿੱਚ ਵੀ ਜਿਹੜਾ ਪਰਮੇਸ਼ਰ ਕੈਸਾ ਹੈ, ਇਹਦੇ ਸੰਬੰਧੀ ਤੈਨੂੰ ਪੂਰੀ ਪੂਰੀ ਵਾਕਫੀਅਤ ਖੋਲ ਕੇ ਮਿਲੂਗੀ ਵੀ ਪਰਮੇਸ਼ਰ ਐਸਾ ਹੈ। ਦੂਜਾ, ਪਰਮੇਸ਼ਰ ਦਾ ਨਾਮ ਕੈਸਾ ਹੈ, ਉਹਦੇ ਜਪਣੇ ਕਰਕੇ ਤੈਨੂੰ ਕੀ ਲਾਭ ਹੋਊ, ਜੇ ਨਹੀਂ ਜਪੇਗਾ ਤੈਨੂੰ ਕੀ ਘਾਟਾ ਪਊਗਾ, ਨੁਕਸਾਨ ਕੀ ਹੋਊਗਾ, ਉਹ ਤੈਨੂੰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੇ ਜਪਿਆ ਉਹਨਾਂ ਦੇ ਨਾਮਾਂ ਦੀ ਤੈਨੂੰ ਵਾਕਫੀ ਮਿਲੂਗੀ ਵੀ ਫਲਾਣੇ ਨੇ ਵੀ ਜਪਿਆ, ਫਲਾਣੇ ਨੇ ਵੀ ਜਪਿਆ, ਵੀ ਗਨਕਾ ਨੇ ਜਪਿਆ ਸੀ ਨਾ ਉਹ ਬਕੁੰਠਾਂ ਵਿੱਚ ਚੜ ਗਈ, ਜਾਮਲ ਨੇ ਜਪਿਆ ਉਹਦਾ ਪਾਰ ਉਤਾਰਾ ਹੋ ਗਿਆ। ਇਸ ਤਰ੍ਹਾਂ ਜਾਣੀ ਜਦੋਂ ਮਨੁੱਖ ਨੂੰ ਕੋਈ ਵੀ ਹੋਰ ਜਿਹੜੇ ਬ੍ਰਹਮੰਡ ਖੰਡ ਹੈ ਕਿੰਨੇ ਹਨ, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁੱਧ ਨਾਥ, ਕਿਤੇ ਦੇਵੀ ਵੇਸ਼, ਕਿਤੇ ਦੇਵਦਾਨ ਹੁਣ, ਕਿਤੇ ਰਤਨ, ਕਿਤੇ ਖਾਣੀ, ਕਿਤੇ ਬਾਣੀ, ਕਿਤੇ ਪਾਤ ਨਿੰਦ, ਕਿਤੇ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਾਨਤ। ਇਹ ਬਹੁਤ ਕੁਛ ਤੈਨੂੰ ਇਹਦੇ ਵਿੱਚੋਂ ਗਿਆਨ ਮਿਲੂਗਾ, ਅਥਾਹੀ ਗਿਆਨ ਮਿਲੂਗਾ, ਜਿਹੜਾ ਤੈਨੂੰ ਹੋਰ ਪੁਸਤਕਾਂ ਵਿੱਚੋਂ ਨਹੀਂ ਨਾ ਮਿਲਿਆ, ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲੂਗਾ। ਦੂਜਿਆਂ ਵਿੱਚੋਂ ਤਾਂ ਪੜ੍ਹੇਗਾ, ਤੈਨੂੰ ਮੁਸਲਮਾਨਾਂ ਦੀਆਂ ਪੁਸਤਕਾਂ ਪੜ੍ਹੇਗਾ ਤਾਂ ਉੱਥੇ 14 ਤਬਕੀ ਲਿਖੇ ਹੈ। ਜੇ ਕੋਈ ਸਨਾਤਨਵਾਦੀਆਂ ਪੁਸਤਕਾਂ ਹੈ ਉੱਥੇ ਉਹ ਲਿਖਿਆ ਹੋਊਗਾ 14 ਲੋਕ ਹੈ, 21 ਪੁਰੀਆਂ ਹੈ, 7 ਦੀਪ ਹੈ, 9 ਖੰਡ ਹੈ। ਪਰ ਜੇ ਬਈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਹਿਣੇਗਾ, ਇੱਥੇ ਤੈਨੂੰ ਪਾਤਾਲਾ ਪਾਤਾਲ ਲਖ, ਆਗਾਸਾਂ ਆਕਾਸ਼, ਇਹ ਵਾਕਮੀਤ ਲਿਖੂਗੀ। ਫਿਰ ਇਸੇ ਤਰ੍ਹਾਂ ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮਣ ਜਾਂ ਕੇ ਧਰਮਾ ਸਾਲ, ਕੋਟ ਬ੍ਰਹਮੇ ਜਗ ਸਾਜਨ ਲਾਏ। ਵੀ ਐਡਾ ਹੋ ਐਸਾ ਤਾਂ ਨਹੀਂ ਗੋਬਿੰਦ ਹਮਾਰਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਮਾਲਕ ਸਾਡਾ ਐਸਾ ਹੈ। ਕਰੋੜਾਂ ਉਹਨੇ ਬ੍ਰਹਮੇ ਸੰਸਾਰ ਨੂੰ ਸਾਜਣ ਲਾਏ ਹੈ, ਕਰੋੜਾਂ ਵਿਸ਼ਨੂੰ ਵਰਗੇ ਅਵਤਾਰ ਉਹਨੇ ਭੇਜੇ ਇੱਕ ਇੱਕ ਬ੍ਰਹਮੰਡ ਵਿੱਚ। ਮੇਸ਼ ਪਾਏ ਸਮਾਏ ਪੈਦਾ ਕਰ ਦਿੱਤੇ, ਉਹ ਵੀ ਲੈ ਕਰਦੇ, ਉਹਨਾਂ ਨੂੰ ਵੀ ਲੈਣ ਕਰ ਦਿੰਦਾ, ਲੈ ਕਰ ਦਿੰਦਾ ਹੈ। ਇਸ ਤਰ੍ਹਾਂ ਤੈਨੂੰ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਹੁਤ ਕੁਛ ਮਿਲੂਗਾ ਜੇ ਤੂੰ ਇਹਦੇ ਵਿੱਚ ਜੁੜ ਜਾਏਗਾ। ਜਦੋਂ ਪਛਾਣ ਲੈਂਦਾ ਹੈ ਫਿਰ ਝੱਟ ਉਹਦੇ ਵਿੱਚ ਪ੍ਰਵਿਰਤ ਹੋ ਜਾਂਦਾ ਹੈ। ਸਵੇਤੇ ਕਹਿੰਦੇ ਹਨ ਸੁਗਰ ਪ੍ਰਬਿਰਤੈ ਨਾਇ। ਹੈ ਵੀ ਕਵੀ ਵਿਦਵਾਨ ਜਿਹੜਾ ਸਿਆਣਾ ਪੁਰਖ ਹੈ, ਫਿਰ ਉਹ ਪੁਸਤਕ ਦੇ ਵਿੱਚ ਪ੍ਰਵਿਰਤ ਨਹੀਂ ਹੁੰਦਾ, ਉਹ ਪੁਸਤਕ ਨੂੰ ਗ੍ਰੰਥ ਨੂੰ ਫਿਰ ਪੜ੍ਹਦਾ ਨਹੀਂ ਹੁੰਦਾ, ਉਹਦੇ ਵਿੱਚ ਜੁੜਦਾ ਨਹੀਂ ਹੁੰਦਾ ਹੈ, ਪੜ੍ਹ ਨਹੀਂ ਲੱਗਦਾ ਹੈ। ਸੁਨਤ ਦਾਸ ਤਬ ਐਸ ਬਿਦ। ਇਸ ਤਰ੍ਹਾਂ ਆਪਣੇ ਪ੍ਰੇਮੀ ਕਹਿੰਦੇ ਪ੍ਰੇਮ ਸਿੰਘ ਦੇ ਪਾਸੋਂ ਦਾਸ ਨੇ ਤਦੋਂ ਇਸ ਤਰ੍ਹਾਂ ਅਨਬੰਧ ਵੇਦ ਅਲਾਇ। ਵੇਦ ਨੂੰ ਚਾਰਦਾ ਹੈ, ਜਿਹੜੇ 4 ਅਨਬੰਧ ਹੈ, ਜਿਹੜੇ 4 ਹਿੱਸੇ ਹਨ, ਉਹਨਾਂ ਨੂੰ ਕਹਿੰਦੇ ਅਲਾਇਆ, ਉਹਨਾਂ ਨੂੰ ਕਿਹਾ, ਉਹ ਦੱਸਣਾ ਕੀਤਾ ਇਸ ਤਰ੍ਹਾਂ। ਉਪਦੇਸੀ ਸਤਨਾਮ ਕੇ। ਹੁਣ ਪਹਿਲਾਂ ਅਧਿਕਾਰੀ ਆ ਗਿਆ ਹੈ ਅਨਬੰਧ, ਜਿਹੜਾ ਸਤਨਾਮ ਦਾ ਉਪਦੇਸ਼ੀ ਹੈ, ਜਿਹਨੇ ਸਤਨਾਮ ਦਾ ਉਪਦੇਸ਼ ਲਿਆ, ਭਾਵ ਕਿ ਜਿਹੜਾ ਗੁਰੂ ਕਾ ਸਿੱਖ ਸਜਿਆ ਹੋਇਆ ਹੈ, ਜਿਹਨੇ ਸਤਨਾਮ ਦਾ ਉਪਦੇਸ਼ ਲਿਆ, ਗੁਰੂ ਦੁਆਰਾ ਸਿੱਖਿਆ ਪ੍ਰਾਪਤ ਕੀਤੀ ਹੈ, ਗੁਰੂ ਕਾ ਸਿੱਖ ਬਣਿਆ ਹੋਇਆ ਹੈ। ਲਖੋ ਅਧਿਕ੍ਰਿਤੀ ਸੋ। ਕਹਿੰਦੇ ਅਧਿਕਾਰੀ ਜਾਣ ਲੋ,
ਇਹ ਪਹਿਲਾ ਅਨੁਬੰਧ ਹੋ ਗਿਆ ਵੀ ਜਿਹੜਾ ਗੁਰੂ ਕਾ ਸਿੱਖ ਹੈ ਉਹ ਇਹਦਾ ਕਹਿੰਦੇ ਅਸਲੀ ਅਧਿਕਾਰੀ ਹੈ। ਬਾਕੀ ਤਾਂ ਭਾਵੇਂ ਜਿੰਨ ਮਰਜ਼ੀ ਕੋਈ ਸੁਣੀ ਜਾਣ ਪੜ੍ਹੀ ਜਾਣ, ਮੁੱਖ ਰੂਪ ਦੇ ਵਿੱਚ ਜਿਹੜਾ ਹੱਕਦਾਰ ਹੈ ਨਾ, ਅਧਿਕਾਰੀ ਹੈ, ਉਹ ਗੁਰੂ ਕਾ ਸਿੱਖ ਹੀ ਹੈ। ਕਿਉਂਕਿ ਜਿਹੜਾ ਗੁਰੂ ਕਾ ਸਿੱਖ ਹੈ ਉਹ ਜਿਸ ਭਾਵਨਾ ਨਾਲ ਇਸ ਗ੍ਰੰਥ ਨੂੰ ਪੜੂਗਾ ਦੂਜਾ ਨਹੀਂ ਉਸ ਤਰ੍ਹਾਂ ਪੜੂਗਾ। ਦੂਜਾ ਤਾਂ ਹੀ ਪੜੂਗਾ ਇਹਦੇ ਵਿੱਚ ਕੀ ਕੀ ਲਿਖਿਆ। ਜਿਹੜਾ ਗੁਰੂ ਕਾ ਸਿੱਖ ਹੈ ਉਹ ਕਹੂਗਾ ਵੀ ਸਾਡੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਕੀ ਕੀ ਕੁਝ ਲਿਖਿਆ, ਕਿੱਥੇ ਕਿੱਥੇ ਮਹਾਰਾਜ ਗਏ, ਉਹ ਪ੍ਰੇਮ ਨਾਲ ਪੜੂਗਾ, ਸ਼ਰਧਾ ਨਾਲ ਪੜੂਗਾ, ਮਨ ਲਾ ਕੇ ਪੜੂਗਾ। ਕਿਉਂਕਿ ਉਹ ਜਿਸ ਦਾ ਸਿੱਖ ਬਣਿਆ ਉਸ ਗੁਰੂ ਦੀ ਗੱਲ ਉਹ ਧਿਆਨ ਨਾਲ ਨੀਝ ਲਾ ਕੇ ਪੜੂ ਤੇ ਨੀਝ ਲਾ ਕੇ ਸੁਣੂਗਾ, ਦੂਜਾ ਨਹੀਂ ਉਹਨਾਂ ਸੁਣਦਾ। ਜਿਹੜਾ ਸਤਿਨਾਮ ਦਾ ਜਿਹਨੇ ਉਪਦੇਸ਼ ਲਿਖਿਆ ਉਹ ਅਧਿਕਾਰੀ ਹੈ ਗ੍ਰੰਥ ਪੜ੍ਹਨ ਸੁਣਨ ਦਾ। ਵਿਸ਼ੈ ਸੁਗੁਰ ਮਹਿਮਾ ਰਰੈ। ਹਾਂ, ਵਿਸ਼ਾ ਕੀ ਹੈ, ਮਜ਼ਮੂਨ ਕੀ ਹੈ, ਕਹਿੰਦੇ ਗੁਰੂ ਦੀ ਮਹਿਮਾ ਉਚਾਰਨੀ। ਇਹਦੇ ਵਿੱਚ ਗੁਰੂ ਦੀ ਮਹਿਮਾ ਦਾ ਉਚਾਰਨ ਹੈ, ਮਹਿਮਾ ਕਹੀ ਹੋਈ ਹੈ, ਇਹਦਾ ਖਾਸ ਮਜ਼ਮੂਨ ਹੈ, ਇਹ ਖਾਸ ਵਿਸ਼ਾ ਹੈ ਇਸਦਾ। ਦੂਜਾ ਪ੍ਰਯੋਜਨ ਮਲ ਖੋ। ਤੇ ਪ੍ਰਯੋਜਨ ਕੀ ਹੈ ਗ੍ਰੰਥ ਲਿਖਣ ਦਾ, ਮਤਲਬ ਕੀ ਲਿਖਣ ਦਾ, ਕਹਿੰਦੇ ਉਹ ਹੈ ਵੀ ਮੈਲ ਖੋਣੀ, ਮੈਲ ਖੋਣੀ ਵੀ ਇਹ ਜਿਹੜੀ ਪਾਪਾਂ ਦੀ ਮੈਲ ਉਹਨੂੰ ਖੋ ਦੇਗਾ। ਜਿਹੜਾ ਇਹ ਗ੍ਰੰਥ ਨੂੰ ਸੁਣੂਗਾ ਨਾ, ਧਿਆਨ ਨਾਲ ਜਾਂ ਪੜੂਗਾ, ਉਹ ਇਹ ਪ੍ਰਯੋਜਨ ਹੈ ਇਹਦੇ ਵਿੱਚ ਵੀ ਉਹਦੀ ਮੈਲ ਖੋਈ ਜਾਊਗੀ। ਇਹ ਲਿਖਣ ਦਾ ਮਤਲਬ ਹੈ। ਪ੍ਰਾਤ ਪਾਦਕ ਪ੍ਰਤਪਾਦਿਅਤਾ। ਹਾਂ, ਹੁਣ ਉਹ ਬਿਰਬਾਨਾਂ ਦੇ ਜਿਹੜੇ ਗ੍ਰੰਥਾਂ ਵਿੱਚ ਕੋਈ ਲਫ਼ਜ਼ ਲਿਖੇ ਹੋਏ ਹੈ ਉਸ ਅਨੁਸਾਰ, ਜਿਵੇਂ ਆ ਵਿਚਾਰ ਸਾਗਰ ਵਿੱਚ ਵੀ ਲਿਖਿਆ ਐਸਾ ਕੁਛ ਹੀ। ਪ੍ਰਤਪਾਦਕ ਪ੍ਰਤਪਾਦਿਅਤਾ ਵੀ ਜਿਹੜਾ ਕੋਈ ਪ੍ਰਤਿਪਾਦ ਹੈ ਉਹ ਪਾਦਕ ਹੀ ਹੈ, ਗੁਰੂ ਹੈ, ਸਤਿਗੁਰੂ ਹੈ, ਉਹ ਤਾਂ ਪ੍ਰਤਿਪਾਦਕ ਹੋ ਗਿਆ। ਜਿਸ ਗੁਰੂ ਦੇ ਸੰਬੰਧ ਵਿੱਚ ਕੁਝ ਕਹੀਏ ਉਹ ਪ੍ਰਤਿਪਾਦਕ ਹੋ ਗਿਆ। ਜਿਹੜਾ ਕੋ ਗੁਰੂ ਦੇ ਸੰਬੰਧ ਵਿੱਚ ਕੋਈ ਕਥਨ ਕਰਨ ਵਾਲਾ ਹੈ, ਜਿਹੜਾ ਕੋਈ ਕਥਨ ਕਰਨ ਯੋਗ ਹੈ ਉਹ ਗੁਰੂ ਬ੍ਰਹਮ ਦੱਸੂਗਾ ਵੀ ਪਰਮੇਸ਼ਰ ਐਸਾ ਹੈ। ਜਿਹੜਾ ਕੋਈ ਵਿਦਿਆ ਦਾਤਾ ਹੈ, ਜਿਹਦੇ ਕੋਲੋਂ ਕੋਈ ਵਿਦਿਆ ਪੜੂਗਾ ਉਹ ਦੱਸੂਗਾ ਅਸਲ ਵੀ ਜੇ ਤੂੰ ਕਥਨ ਕਰਨਾ ਹੈ, ਜਪਣਾ ਜਪਾਉਣਾ, ਤਾਂ ਫਿਰ ਜਪਣ ਜਪਾਉਣ ਕਥਨ ਕਰਨ ਯੋਗ, ਮਹਿਮਾ ਕਰਨ ਯੋਗ ਪਰਮੇਸ਼ਰ ਹੈ। ਉਦੋਂ ਬਗੈਰ ਤਾਂ ਬਾਕੀ ਜਿਹੜਾ ਕੁਝ ਕਹਿਣਾ ਕਹਾਣਾ ਉਹ ਕੋਈ ਬਹੁਤਾ ਲਾਭਦਾਈ ਨਹੀਂ। ਇਸ ਤਰ੍ਹਾਂ ਕਹਿੰਦੇ ਪ੍ਰਤਿਪਾਲਕ ਗੁਰੂ ਹੈ, ਪ੍ਰਤਿਪਾਲਕ ਕਥਨ ਕਰਨ ਯੋਗ ਪ੍ਰੇਮ ਹੈ। ਗ੍ਰੰਥ ਗੁਰਨ ਸੰਬੰਧ। ਹਾਂ, ਗ੍ਰੰਥ ਦਾ ਤੇ ਗੁਰੂ ਦਾ ਆਪੋ ਵਿੱਚ ਹੀ ਸੰਬੰਧ ਹੈ ਵੀ ਉਹ ਤੀਜਾ ਸੰਬੰਧ ਹੋ ਗਿਆ ਨਾ, ਅਨੁਬੰਧ ਦਾ ਹਿੱਸਾ ਗੁਰੂ ਦਾ ਤੇ ਗ੍ਰੰਥ ਦਾ ਆਪੋ ਵਿੱਚ ਹੀ ਜਿਹੜਾ ਇਹ ਸੰਬੰਧ ਹੈ, ਇਹ ਤੀਸਰਾ ਇਸ ਦਾ ਅਨੁਬੰਧ ਹੈ। ਪ੍ਰਾਪਕਤਾ ਕਹਿਤ ਹੈ। ਇਸ ਨੂੰ ਵਿਦਵਾਨ ਲੋਕ ਕਹਿੰਦੇ ਪ੍ਰਾਪ ਤੇ ਪ੍ਰਾਪਕਤਾ ਕਹਿੰਦੇ ਹਨ। ਉਹ ਕੀ ਹੈ, ਜਿਹੜਾ ਪ੍ਰਾਪਤ ਹੋਣੇ ਯੋਗ ਹੋਵੇ। ਇਹ ਪ੍ਰਾਪਤ ਹੋਣੇ ਯੋਗ ਕੀ ਹੈ, ਬ੍ਰਹਮ ਹੈ, ਪਰਮੇਸ਼ਰ ਹੈ। ਤੇ ਜਿਹੜਾ ਉਹ ਪ੍ਰਾਪਕਤਾ ਕੀ ਹੈ, ਪ੍ਰਾਪਤ ਕਰਨੇ ਵਾਲਾ, ਉਹ ਕੌਣ? ਜਗਿਆਸੂ ਹੈ, ਗੁਰੂ ਕਾ ਸਿੱਖ ਹੈ। ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲਾ ਗੁਰੂ ਕਾ ਸਿੱਖ ਹੈ। ਤੇ ਉਹਨੂੰ ਪ੍ਰਾਪਤ ਕਰਨ ਜਿਹੜਾ ਕਰਨਾ ਹੈ ਉਹ ਹੈ ਬ੍ਰਹਮ ਹੈ, ਪਰਮੇਸ਼ਰ ਹੈ। ਇਸ ਨੂੰ ਪ੍ਰਾਪਕਤਾ ਵਿਦਵਾਨ ਕਹਿੰਦੇ ਹਨ। ਫਲ ਅਧਿਕ੍ਰਿਤ ਕੋ ਫੰਦ। ਅੱਗੇ ਫਲ ਕੀ ਹੈ? ਅਧ ਨਾ ਅਧਿਕਾਰੀ ਦਾ ਹੈ, ਫਲ ਦਾ ਤੇ ਅਧ ਅਧਿਕਾਰੀ ਦਾ ਆਪੋ ਵਿੱਚ ਹੀ ਕਹਿੰਦੇ ਇਸ ਦਾ ਕਹਿੰਦੇ ਫੰਦ ਹੈ, ਸੰਬੰਧ ਹੈ, ਜੋੜ ਮੇਲ ਹੈ।
ਕਿ ਜਿਹੜਾ ਪੜੂਗਾ ਅਧਿਕਾਰੀ ਬਣ ਕੇ ਉਹਨੂੰ ਫਲ ਮਿਲੂਗਾ, ਗਿਆਨ ਮਿਲੂਗਾ। ਇਸ ਪੁਸਤਕ ਵਿੱਚੋਂ ਗੁਰੂ ਦਾ ਵੀ, ਗੁਰੂ ਨਾਨਕ ਸਾਹਿਬ ਜੀ ਦਾ 10 ਜਾਬਿਆਂ ਦਾ, ਬਾਕੀ ਪਰਮੇਸ਼ਰ ਦਾ ਵੀ। ਅਨਬੰਧ ਸੁਨ ਪੁਨ ਕਹਿਤ ਭਾ। ਹਾਂ, ਬਾਬਾ ਪ੍ਰੇਮ ਸਿੰਘ ਜੀ ਇਹ ਅਨਬੰਧਾਂ ਦੇ ਸੰਬੰਧੀ ਸੁਣ ਕੇ ਫਿਰ ਕਹਿਣ ਲੱਗਿਆ ਇੱਕ ਵਿਦ ਕਵੀ ਨੂੰ, ਆਬ ਸੁਭ ਕਥਾ ਸੁਨਾ। ਕਹਿੰਦੇ ਚੰਗਾ ਹੁਣ ਕਵੀ ਜੀ ਜਿਹੜੀ ਸੋਹਣੀ ਕਥਾ ਹੈ ਨਾ, ਚੰਗੀ ਕਥਾ ਗੁਰੂ ਨਾਨਕ ਸਾਹਿਬ ਜੀ ਦੀ, ਉਹ ਮੈਨੂੰ ਸੁਣਾਈਏ। ਕਿਹ ਕਾਰਨ ਅਵਤਾਰ ਭੇ। ਵੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ 10 ਜਾਮਿਆਂ ਦੇ ਵੀ ਰੂਪ ਦੇ ਵਿੱਚ ਕਿਸ ਕਾਰਨ ਕਰਕੇ ਅਵਤਾਰ ਹੋਏ, ਕਿਸ ਤਰ੍ਹਾਂ ਉਹ ਧਰਤੀ ਤੇ ਅਵਤਰੇ। ਗੁਰੂ ਨਾਨਕ ਸੁਖ ਦਾ। ਜੋ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਨੂੰ ਸੁਖ ਦੇਣ ਵਾਲੇ ਸੀ, ਸੁਖਾਂ ਦੇ ਦਾਤੇ ਸੀ। ਇਹ ਕੀ ਕਾਰਨ ਸੀ ਜਿਸ ਕਰਕੇ ਉਹਨਾਂ ਨੂੰ ਇੱਥੇ ਸੰਸਾਰ ਵਿੱਚ ਆਉਣਾ ਪਿਆ, ਉਹ ਵੀ ਦੱਸੋ ਕਾਰਨ। ਸੁਨਤ ਦਾਸ ਗੁਰ ਧਿਆਨ ਧਰ। ਆ ਕਵੀ ਕਹਿੰਦਾ ਇਹ ਪ੍ਰੇਮ ਸਿੰਘ ਤੋਂ ਇਹ ਦਾਸ ਨੇ ਸੁਣਿਆ, ਫਿਰ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰਿਆ। ਮਨ ਅਤ ਮੋਦ ਵਡਾਏ। ਇਹ ਆਪਣੇ ਮਨ ਦੇ ਵਿੱਚ ਬੜਾ ਭਾਰੀ ਕਹਿੰਦੇ ਮੋਦ ਵਧਾਇਆ, ਆਨੰਦ ਵਧਾਇਆ, ਬਹੁਤ ਪ੍ਰਸੰਨਤਾ ਕੀਤੀ। ਕਹਿਓ ਕਿ ਪ੍ਰੇ ਇਤਿਹਾਸ ਅਬ। ਫਿਰ ਕਿਹਾ, ਹੈ ਪਿਆਰੇ ਭਾਈ ਪ੍ਰੇਮ ਸਿੰਘ, ਜਿਹੜਾ ਇਹ ਗੁਰੂ ਨਾਨਕ ਸਾਹਿਬ ਦਾ ਸੋਹਣਾ ਇਤਿਹਾਸ ਹੈ, ਸੁਨ ਸਤਿਗੁਰ ਗਤ ਦਾਇ। ਉਹ ਵੀ ਸਤਿਗੁਰਾਂ ਦਾ ਸੁਣ, ਜਿਹੜਾ ਇਤਿਹਾਸ ਕਹਿੰਦੇ ਮੁਕਤੀ ਦੇਣ ਵਾਲਾ ਹੈ, ਮੁਕਤ ਕਰ ਦੇਣ ਵਾਲਾ ਹੈ, ਸੰਸਾਰ ਤੋਂ ਛੁਡਾ ਦੇਣ ਵਾਲਾ ਹੈ ਤੈਨੂੰ। ਮਹਿਮਾ ਸ੍ਰੀ ਨਿਰੰਕਾਰ ਕੀ। ਇਹ ਵੀ ਪ੍ਰੇਮ ਸਿੰਘ ਜਿਹੜੀ ਨਿਰਾਕਾਰ ਸਰੂਪ ਪਰਮੇਸ਼ਰ ਵਾਹਿਗੁਰੂ ਜੀ, ਉਹਦੀ ਜਿਹੜੀ ਮਹਾਨ ਮਹਿਮਾ ਹੈ, ਵਰਨ ਸਕੈ ਨਹੀਂ ਕੋ। ਮੇਰੇ ਵਰਗਾ ਜਿਹੜਾ ਕੋਈ ਇਹ ਕਵੀ ਹੈ, ਕਹਿੰਦੇ ਕੋਈ ਵੀ ਨਹੀਂ ਕਥਨ ਕਰ ਸਕਦਾ ਹੈ। ਅਨਰ ਵਾਚਨੀ ਮਾਇਆ ਜਿਸੈ। ਜਿਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਮਾਇਆ ਹੈ, ਉਹੀ ਅਨਰ ਵਚਨੀ ਹੈ। ਉਹਦੀ ਮਾਇਆ ਦੇ ਸੰਬੰਧ ਵਿੱਚ ਹੀ ਨਹੀਂ ਕੋਈ ਕਥਨ ਕਰ ਸਕਦਾ ਹੈ, ਮਾਇਆ ਦਾ ਹੀ ਨਹੀਂ ਕੋਈ ਬਿਆਨ ਕਰ ਸਕਦਾ, ਤੇ ਮਾਇਆ ਵਾਲੇ ਦਾ ਬਿਆਨ ਤਾਂ ਭਲਾ ਕਿਵੇਂ ਕੋਈ ਕਰੇਗਾ। ਆਸ਼ਰਤ ਹੋਇ ਕੇ ਸੋ। ਹਾਂ, ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ, ਉਹਦੀ ਜਿਹੜੀ ਮਾਇਆ ਜਿਹਦੇ ਸੰਬੰਧ ਵਿੱਚ ਕਥਨ ਨਹੀਂ ਨਾ ਕੀਤਾ ਜਾ ਸਕਦਾ, ਉਹ ਪਰਮੇਸ਼ਰ ਦੇ ਆਸਰੇ ਹੋ ਕੇ, ਉਹ ਪਰਮੇਸ਼ਰ ਤੋਂ ਸਹਾਰਾ ਲੈ ਕੇ। ਚੌਪਈ ਇੱਕ ਕਵਾਓ ਤੇ ਕੀਆ ਪਸਾਓ। ਹਾਂ, ਕਹਿੰਦੇ ਇੱਕ ਕਵਾਓ ਉਹ ਬਚਨ ਕਰਕੇ, ਏਕੰ ਬਹੁ ਸ਼ਿਆਮਾ ਪਰਿਆਏ, ਤੇ ਇੱਕ ਤੋਂ ਮੈਂ ਅਨੇਕ ਹੋ ਜਾਵਾਂ। ਇਹ ਕਹਿੰਦੇ ਇੱਕ ਕਵਾਓ, ਇੱਕ ਬਚਨ ਤੋਂ ਉਸਨੇ ਸਾਰਾ ਪਸਾਰਾ ਕੀਤਾ ਹੈ। ਹੋਤ ਭਏ ਲਾਖੋਂ ਦਰਿਆਓ। ਇਹ ਲੱਖਾਂ ਸੰਸਾਰ ਰੂਪੀ ਦਰਿਆ, ਕਹਿੰਦੇ ਇੱਕ ਵਚਨ ਤੋਂ, ਇੱਕ ਲਫ਼ਜ਼ ਕਹਿਣ ਤੋਂ, ਇੱਕੋਂ ਬਹੁਤ ਸ਼ਾਮਾ ਮੈਂ ਇੱਕ ਤੋਂ ਅਨੇਕ ਹੋ ਜਾਵਾਂ। ਲੱਖਾਂ ਸੰਸਾਰ ਰੂਪੀ ਦਰਿਆ ਹੋ ਗਏ, ਲੱਖਾਂ ਸੰਸਾਰ ਬਣ ਗਏ। ਕੁਦਰਤ ਕਾ ਕਛ ਪਾਰੈ ਨ ਪਾਰਾ। ਉਹਦੀ ਜਿਹੜੀ ਕੁਦਰਤ ਹੈ, ਉਹਦੀ ਜਿਹੜੀ ਮਾਇਆ, ਉਹਦਾ ਤਾਂ ਕੋਈ ਕਹਿੰਦੇ ਪਾਰਾਵਾਰ ਪੈਂਦਾ ਨਹੀਂ, ਉਹਦਾ ਕੋਈ ਅੰਤ ਪਾਇਆ ਨਹੀਂ ਜਾ ਸਕਦਾ ਹੈ। ਸ੍ਰਿਸ਼ਟ ਭਈ ਤਬ ਬਹੁ ਪ੍ਰਕਾਰਾ। ਇਸ ਤਰ੍ਹਾਂ ਕਹਿੰਦੇ ਉਹਦੇ ਬਚਨ ਕਰਕੇ ਇੰਨਾ ਕਹਿੰਦੇ ਪਸਾਰਾ ਹੋ ਗਿਆ। ਸ੍ਰਿਸ਼ਟ ਭਈ ਤਾਂ ਬਹੁਤ ਪ੍ਰਕਾਰਾ, ਬਹੁਤ ਤਰ੍ਹਾਂ ਦੀ ਦੁਨੀਆ ਪੈਦਾ ਹੋ ਗਈ। ਖਾਣੀ ਚਾਰ ਅੰਤ ਨਹਿ ਆਵਹਿ। ਚਾਰ ਖਾਣੀਆਂ ਦੀ ਸ੍ਰਿਸ਼ਟੀ ਬਣ ਗਈ, ਚਾਰ ਤਰ੍ਹਾਂ ਦੀ ਦੁਨੀਆ ਹੋ ਗਈ। ਕਹਿੰਦੇ ਅੰਡੇ ਤੋਂ ਪੈਦਾ ਹੋਣ ਵਾਲੀ, ਮੁੜਕੇ ਤੋਂ ਪੈਦਾ ਹੋਣ ਵਾਲੀ, ਜੇਲ੍ਹ ਵਿੱਚੋਂ ਨਿਕਲਣ ਵਾਲੀ, ਧਰਤੀ ਨੂੰ ਪੁੱਟ ਕੇ ਬਾਹਰ ਆਉਣ ਵਾਲੀ, ਇਹ ਚਾਰ ਖਾਣੀਆਂ ਦੀ ਜਿਹੜੀ ਸ੍ਰਿਸ਼ਟੀ ਹੋਈ, ਉਹਦਾ ਵੀ ਅੰਤ ਨਹੀਂ ਆਉਂਦਾ ਹੈ। ਨੇਤ ਨੇਤ ਜਿਹ ਵੇਦ ਬਤਾਵਹਿ। ਜਿਸ ਪਰਮੇਸ਼ਰ ਨੇ ਪੈਦਾ ਕੀਤੀ ਹੈ, ਉਹਦੇ ਸੰਬੰਧ ਵਿੱਚ ਜਿਹੜਾ ਵੇਦ ਹੈ, ਬੇਅੰਤ ਕਰਕੇ ਦੱਸਦਾ ਹੈ, ਕਥਨ ਕਰਦਾ ਹੈ। ਓੜਕ ਭਾਲ ਥਕੇ ਨਹਿ ਆਇਓ। ਉਸ
परमेश्वर की बनाई हुई सृष्टि का ओढ़क अंत भी कित्थों तक है, ये लभ के कहते थक गए, पर ओड़ा ओढ़क है, ओदा अंत नहीं आया है, अखीला सा पता नहीं भी इत्थों तक सृष्टि बनाई है, नहीं पता चल सकिया है। श्री अकाल अस खेल रचाए। हे भाई प्रेम सिंह जो शोभा वाला माया दा मालक काल पुरख ने ऐसा खेल रचा एक बचन नाल जुग चतरन की ठट मर्यादा। इस तरह कहते फिर चार युगां दी जड़ी मर्यादा कायम कर दिती। कल द्वापर त्रेता सत आदा। पहला सतयुग, फिर त्रेता, फिर द्वापर, फिर चौथा कलयुग। सतयुग माहे धर्म पग चारे। ਜਦੋਂ ਸਭ ਤੋਂ ਪਹਿਲਾ ਸਤਿਯੁਗ ਦਾ ਸਮਾਂ ਸੀ, ਉਸ ਵੇਲੇ ਵੀ ਪ੍ਰੇਮ ਸਿੰਘ ਜਿਹੜਾ ਧਰਮ ਸੀ ਉਹਦੇ ਚਾਰੇ ਪੈਰ ਕਾਇਮ ਸੀ। ਭਾਵ ਧਰਮ ਹੈ ਪੂਰਾ ਪੂਰਾ ਕਾਇਮ ਸੀ, ਇਸ ਸੀ ਹਰ ਪਾਸੇ ਧਰਮ ਹੀ ਧਰਮ ਸੀ। ਸਤ ਕੇ ਰਥ ਪਰ ਸਭ ਅਸਵਾਰੇ। ਜਿੰਨੇ ਸਰੀਰ ਸੀ ਸਾਰੇ ਸਤ ਦੇ ਰਸ ਉੱਪਰ ਸਵਾਰ ਸੀ। ਭਾਵ ਜਿੰਨੇ ਸਰੀਰ ਸੀ ਜ਼ੁਬਾਨ ਤੋਂ ਸੱਚ ਹੀ ਬੋਲਦੇ ਸੀ, ਕੋਈ ਵੀ ਝੂਠ ਨਹੀਂ ਬੋਲਦਾ ਸੀ। ਸਾਰੇ ਜਿੰਨੇ ਸਰੀਰ ਸੀ ਸੱਚਵਾਦੀ ਸੀ। ਸਤਿਯੁਗ ਦੇ ਸਮੇਂ ਸਤਿਯੁਗ ਸੱਚ ਕਹੈ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਇਸ ਤਰ੍ਹਾਂ ਬਾਣੀ ਵਿੱਚ ਵੀ ਲਿਖਿਆ ਹੋਇਆ ਹੈ। ਧਰਮ ਹੁਤੋ ਤਹਿ ਕੋ ਰਥਵਾਹੀ। ਕਹਿੰਦੇ ਸਾਰੇ ਸਰੀਰ ਰੂਪੀ ਰਸਾਂ ਨੂੰ ਚਲਾਉਣ ਵਾਲਾ ਰਸਵਾਹੀ ਹੈ ਸੀ ਧਰਮ। ਧਰਮ ਦੇ ਧਰਮੀ ਸਾਰਿਆਂ ਨੂੰ ਇਹ ਸਰੀਰਾਂ ਨੂੰ ਚਲਾਉਂਦਾ ਸੀ। ਸਤ ਬੋਲਬੇ ਤੇ ਗਤ ਪਾਈ। ਜਿੰਨੇ ਲੋਕ ਸੀ ਸਤਿਯੁਗ ਦੇ ਸਮੇਂ ਸੱਚ ਬੋਲਦੇ ਸੀ, ਇਸ ਕਰਕੇ ਸੱਚ ਬੋਲਣ ਕਰਕੇ ਉਹਨਾਂ ਨੇ ਸਤਿਯੁਗ ਦੇ ਸਮੇਂ ਵਿੱਚ ਮੁਕਤੀ ਪਾ ਲਈ। ਤ੍ਰੇਤਾ ਯੁਗ ਮੈਂ ਗੁਣ ਪਗ ਧਰਮਾ। ਜਦੋਂ ਫਿਰ ਦੂਜਾ ਤ੍ਰੇਤਾ ਯੁਗ ਆਇਆ, ਉਹਦੇ ਵਿੱਚ ਜਿਹੜੇ ਧਰਮ ਦੇ ਭਾਗੀਏ ਪੈਰ ਹੈ, ਗੁਣ ਨੂੰ ਤਿੰਨ ਦਾ ਹੈ, ਤਿੰਨ ਪੈਰ ਰਹਿ ਗਏ, ਤਿੰਨ ਹਿੱਸਿਆਂ ਵਿੱਚ ਧਰਮ ਹੈਗਾ, ਇੱਕ ਹਿੱਸਾ ਉੱਡ ਗਿਆ। ਜਤ ਰਥ ਚੜੈ ਯੱਗ ਕੋ ਕਰਮਾ। ਜਾਂ ਤਾਂ ਲੋਕ ਕਹਿੰਦੇ ਤ੍ਰੇਤੇ ਵਿੱਚ ਜਾਤ ਰੂਪੀ ਰਸਤੇ ਚੜੇ ਹੋਏ ਸੀ, ਜਾਤ ਬਹੁਤ ਰੱਖਦੇ, ਜਤੀ ਬਹੁਤ ਸੀ। ਜਾਂ ਕਹਿੰਦੇ ਜਗ ਵਗੈਰਾ ਦਾ ਕੰਮ ਕਰਦੇ, ਜਗ ਬਹੁਤੇ ਕਰਦੇ ਸੀ। ਜੋਰ ਹੁਤੋ ਤਹਿ ਕੋ ਰਥਵਾਹੀ। ਆ ਜਿਹੜਾ ਸਰੀਰ ਇੱਕ ਬਲ ਹੈ ਨਾ, ਤਾਕਤ ਹੈ, ਇਹੀ ਕਹਿੰਦੇ ਬੜਾ ਭਾਰੀ ਰਸਵਾਹੀ ਸੀ। ਸਾਰੇ ਜਿਹੜੇ ਇਹ ਸਰੀਰ ਹੈ ਇਹ ਬਲਦੇ ਰਸ ਜੋਰ ਨਾਲ ਚੱਲਦੇ ਸਨ। ਜਤ ਯੱਗ ਮੈਂ ਮੁਕਤੀ ਪਾਈ। ਲੋਕ ਜਦ ਸਗ ਰੱਖਦੇ ਸੀ ਜਾਂ ਜਗ ਕਰਦੇ ਸੀ, ਇਹਨਾਂ ਨਾਲ ਹੀ ਉਹਨਾਂ ਨੇ ਨਾਮ ਜਪ ਕੇ ਮੁਕਤੀ ਪੈ ਲਈ। ਦੁਆਪਰ ਧਰਮ ਜੁਗਲ ਪਗ ਧਾਰਾ। ਫਿਰ ਵੀ ਪ੍ਰੇਮ ਸਿੰਘ ਜਦੋਂ ਦੁਆਪਰ ਯੁਗ ਆਇਆ, ਫਿਰ ਜਿਹੜਾ ਧਰਮ ਸੀ ਉਹਨੇ ਕਹਿੰਦੇ ਦੋ ਪੈਰ, ਦੋ ਉੱਡ ਗਏ, ਦੋ ਹਿੱਸੇ ਹੱਥ ਧਰਮ ਰਹਿ ਗਿਆ, ਦੋ ਹਿੱਸੇ ਖਤਮ ਹੋ ਗਿਆ। ਤਪ ਕਾ ਰਥ ਸਤ ਅਸਵਾਰਾ। ਹਾਂ, ਤਪ ਦਾ ਰਥ ਸੀ, ਸਾਰਿਆਂ ਦੇ ਸਰੀਰ ਰੂਪੀ ਤਪ ਦੇ ਬਣੇ ਸੀ, ਸਾਰੇ ਸਰੀਰ ਕਰਕੇ ਤਪ ਹੀ ਕਰਦੇ ਸੀ। ਤੇ ਇਸ ਤਰ੍ਹਾਂ ਦੇ ਸਤ ਦੇ ਉੱਪਰ ਸਵਾਰ ਸੀ, ਸਤ ਦੇ ਆਸਰੇ ਆਪਣਾ ਜੀਵਨ ਬਸਰ ਕਰਦੇ ਸੀ, ਸਤ ਦੇ ਆਸਰੇ ਸਰੀਰ ਚੱਲਦੇ ਸਨ। ਕਲ ਮੈਂ ਧਰਮ ਏਕ ਪਰ ਖਰਿਓ। ਇਸ ਤਰ੍ਹਾਂ ਮਗਤ ਹੋ ਜਾਂਦੇ। ਹੁਣ ਜਦੋਂ ਆ ਕਹਿੰਦੇ ਕਲਯੁਗ ਦਾ ਸਮਾਂ ਆ ਗਿਆ, ਫਿਰ ਜਿਹੜਾ ਧਰਮ ਹੈ ਇੱਕ ਪੈਰ ਦੇ ਭਾਰ ਕਹਿੰਦੇ ਖੜਾ ਹੋ ਗਿਆ, ਇੱਕ ਹਿੱਸਾ ਰਹਿ ਗਿਆ, ਤਿੰਨ ਹਿੱਸੇ ਧਰਮ ਦੇ ਉੱਡ ਗਏ। ਰਥ ਕੂਰੋ ਅਗਨੀ ਰਥ ਵਰਿਓ। ਹਾਂ, ਕਲਯੁਗ ਰਥ ਅਗਨ ਕਾ ਕੂੜ ਅਗੈ ਰਸਵਾਹੋ। ਕਹਿੰਦੇ ਸਾਰੇ ਸ੍ਰੀ ਰੂਪੀ ਰਥ ਅੱਗ ਦੇ ਬਣੇ ਹੋਏ ਹੈ, ਕਹਿੰਦੇ ਅੱਗ ਨਾਲ ਭਰੇ ਪਏ ਆ ਸਾਰੇ ਸਰੀਰ। ਇਹਨਾਂ ਸਰੀਰਾਂ ਨੂੰ ਚਲਾਉਣ ਵਾਲਾ ਕਹਿੰਦੇ ਕੂੜ ਅਥਵਾਹੀ ਝੂਠ ਹੈ, ਝੂਠ ਦੇ ਆਸਰੇ ਸਾਰੇ ਸਰੀਰ ਚੱਲਦੇ। ਮਾੜੀ ਮਾੜੀ ਗੱਲ ਪਿੱਛੇ ਗੱਪ ਵੱਢੀ ਜਾਂਦੇ ਲੋਕ, ਗੱਲ ਕੋਈ ਲਾਭ ਹੋਵੇ ਨਾ ਲਵੇ, ਬਸ ਐਵੇਂ ਹੀ ਬਿਨਾਂ ਮਤਲਬ ਤੋਂ। ਕਹਿੰਦੇ ਇਸ ਤਰ੍ਹਾਂ ਇੱਕ
ਰਥ ਕੂਰੋ ਝੂਠ ਕਹਿੰਦੇ ਰਥਵਾਹੀ ਬਣ ਗਿਆ। ਤੇ ਜਿਹੜਾ ਸਰੀਰ ਹੈ ਰੂਪੀ ਰਥ ਉਹ ਅਗਨੀ ਅੱਗ ਦਾ ਸਰੀਰ, ਝੂਠ ਇਹਨਾਂ ਨੂੰ ਚਲਾਉਣ ਵਾਲਾ। ਏਕ ਚਰਨ ਪਰ ਧਰਮ ਰਹਿਓ ਜਬ। ਪ੍ਰੇਮ ਸਿੰਘ ਹੋਇਓ ਕਲਯੁਗ ਦੇ ਸਮੇਂ ਵਿੱਚ ਜਦੋਂ ਜਿਹੜਾ ਇਹ ਧਰਮ ਹੈ ਇੱਕ ਪੈਰ ਦੇ ਭਾਰ ਰਹਿ ਗਿਆ, ਇੱਕ ਹਿੱਸਾ ਉਹਦਾ ਧਰਮ ਰਹਿ ਗਿਆ। ਪਾਪ ਕਰਮ ਮੈਂ ਸ੍ਰਿਸ਼ਟ ਲੱਗੀ ਸਭ। ਹਾਂ, ਫਿਰ ਜਿੰਨੀ ਸ੍ਰਿਸ਼ਟੀ ਜਿੰਨੀ ਦੁਨੀਆ ਸਾਰੀ ਪਾਪ ਰੂਪ ਕਰਨਾ ਦੇ ਵਿੱਚ ਲੱਗ ਗਈ, ਜੁੜ ਗਈ, ਪਾਪ ਹੀ ਕਰਨ ਲੱਗ ਪਏ ਸ੍ਰਿਸ਼ਟੀ ਦੇ ਲੋਕ। ਸੱਚ ਉੱਡਿਓ ਧਰ ਪੰਖ ਆਕਾਸ਼। ਜਿਹੜਾ ਸੱਚ ਸੀ ਉਹ ਤਾਂ ਕਹਿੰਦੇ ਧਰਤੀ ਤੋਂ ਕਹਿੰਦੇ ਖੰਭ ਲਾ ਕੇ ਆਕਾਸ਼ ਵੱਲ ਨੂੰ ਉੱਡ ਗਿਆ। ਕੂੜਮ ਬਾ ਸੱਚ ਦਾ ਦਿਸਾ ਨਹੀਂ ਕਹਿ ਚੜਿਆ। ਕੂਰ ਜਗਤ ਮੈਂ ਕੀਓ ਨਿਵਾਸ। ਜਿਹੜਾ ਝੂਠ ਹੈ ਨਾ ਉਹਨੇ ਕਹਿੰਦੇ ਹਰ ਪਾਸੇ ਸੰਸਾਰ ਦੇ ਵਿੱਚ ਨਿਵਾਸ ਕਰ ਲਿਆ। ਘਰਾਂ ਘਰਾਂ ਵਿੱਚ ਝੂਠ ਹੀ ਝੂਠ ਬੈਠਾ ਹੈ। ਭਇਓ ਅੰਧੇਰਾ ਪਾਪ ਜਹਾਨੇ। ਪਾਪਾਂ ਦਾ ਜਿਹੜਾ ਹਨੇਰਾ ਸੰਸਾਰ ਦੇ ਵਿੱਚ ਬਹੁਤਾ ਹੋ ਗਿਆ। ਪਾਪਾਂ ਦਾ ਘੁੱਪ ਹਨੇਰਾ ਹਰ ਪਾਸੇ ਸੰਸਾਰ ਵਿੱਚ ਫੈਲ ਗਿਆ। ਭੂਪ ਮਲੇਸ਼ ਅਧਰਮ ਮਹਾਨੇ। ਜਿਹੜੇ ਕਲਯੁਗ ਦੇ ਰਾਜੇ ਉਹ ਬੜੇ ਮਲੇਸ਼ ਮੈਲ ਦੀ ਇੱਛਾ ਵਾਲੇ, ਬਹੁਤੇ ਅਧਰਮੀ, ਬਹੁਤੇ ਪਾਪੀ ਗੁਨਾਹੀ ਬਣ ਗਏ। ਨਿਜ ਸੁਖ ਪੁੰਚਨ ਮੋਹ ਬਰਮਾਏ। ਕਦੇ ਆਪਣੇ ਵਾਸਤੇ ਸੁਖਾਂ ਨੂੰ ਪੁੰਚਨ ਮਾਨਣ ਵਾਸਤੇ ਬਸ ਇਹਦੇ ਵਿੱਚ ਹੀ ਭਰਮ ਗਏ, ਭੁੱਲ ਗਏ ਵੀ ਆਪਾਂ ਸੁਖੀ ਹੋਈਏ, ਸੁਖੀ ਬਸੀਏ, ਬਾਕੀ ਭਾਵੇਂ ਕੋਈ ਮਰਨ ਜੰਮਣ, ਭਾਵੇਂ ਦੁੱਖੇ ਹੁਣ ਕੋਈ ਸੁੱਖ, ਆਪਾਂ ਸੁਖ ਮਾਣੇ, ਆਪਾਂ ਮੌਜਾਂ ਲੁੱਟਣੀਆਂ। ਕਿਉਂ ਰਾਜੇ ਮਹਾਰਾਜੇ ਕਹਿੰਦੇ ਆਪਣੇ ਸੁੱਖ ਦੇ ਵਿੱਚ ਹੀ ਭੁੱਲ ਗਏ, ਬਾਕੀ ਕੋਈ ਨਹੀਂ ਕਿਸੇ ਦਾ ਪਤਾ ਕਰਦਾ ਹੈ। ਵਿਟਲ ਪੰਥ ਬਹੁ ਜਗ ਪਰ ਛਾਏ। ਇਸ ਤਰ੍ਹਾਂ ਸੰਸਾਰ ਦੇ ਵਿੱਚ ਕਹਿੰਦੇ ਟੇਢੇ ਜਿਹੜੇ ਪੰਥ ਹਨ, ਟੇਢੇ ਰਸਤੇ, ਇੱਕ ਤਾਂ ਨਾ ਪਰਮੇਸ਼ਰ ਦੇ ਰਸਤੇ ਨੂੰ ਚੱਲਦਾ, GT ਰੋਡ ਹੈ, ਇੱਕ ਹੈ ਬਿੰਗੇ ਟੇਢੇ ਰਸਤੇ ਆ ਜਿਹੜੇ ਹੋਰ ਕੁਪੰਥੀ ਲੋਕ ਹੈ, ਰੱਬ ਨੂੰ ਛੱਡ ਕੇ ਹੋਰ ਨਾ ਮਗਰ ਲਾਉਣ ਵਾਲੇ ਸਾਰੇ ਟੇਢੇ ਰਸਤੇ। ਇਸ ਤਰ੍ਹਾਂ ਸੰਸਾਰ ਦੇ ਵਿੱਚ ਬਹੁਤੇ ਜਿਹੜੇ ਟੇਢੇ ਰਸਤੇ ਪੰਥ ਉਹ ਛਾ ਗਏ, ਫੈਲ ਗਏ। ਪ੍ਰਭ ਸਿਮਰਨ ਤੇ ਬੇਮੁਖ ਥਾਏ। ਗੱਲ ਕੀ ਪਰਮੇਸ਼ਰ ਦੇ ਸਿਮਰਨ ਤੋਂ ਸਾਰੇ ਥਾਵਾਂ ਦੇ ਲੋਕ ਬੇਮੁਖ ਹੋਏ, ਕੋਈ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਹੈ। ਧਰਮੀ ਪੁਰਸ਼ਨ ਕੋ ਦੁਖ ਦਾਏ। ਫਿਰ ਜਿਹੜੇ ਅਸਲੀ ਧਰਮੀ ਲੋਕ ਸੀ ਉਹਨਾਂ ਨੂੰ ਬਹੁਤ ਹੀ ਕਹਿੰਦੇ ਦੁੱਖ ਦੇਣ ਲੱਗ ਪਏ। ਗੁਨਾਹੀ ਲੋਕ, ਬੇਮੁਖ ਲੋਕ ਸਿਮਰਨ ਤੋਂ ਚੱਲ ਹੈ ਨਿਜ ਇੱਛਾ ਅਨਹਾਰੇ। ਜਿੰਨੇ ਬੇਮੁਖ ਲੋਕ ਕਹਿੰਦੇ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਆਪਣੀ ਇੱਛਾ ਅਨੁਸਾਰ ਚੱਲਦੇ, ਆਪਣੀ ਮਨਮਰਜ਼ੀ ਅਨੁਸਾਰ ਚੱਲਦੇ, ਮੈਂ ਤਾਂ ਇਉਂ ਹੀ ਕਰੂੰਗਾ। ਸਾਧ ਸੰਤ ਭੇ ਬਹੁ ਦੁਖਿਆਰੇ। ਜਿਸ ਕਰਕੇ ਕਹਿੰਦੇ ਚੰਗੇ ਚੰਗੇ ਸਾਧੂ ਤੇ ਸੰਤ ਇਹ ਲੋਕਾਂ ਦੀ ਇਹੋ ਜਿਹੀ ਰੀਤੀ ਦੇਖ ਕੇ ਉਹ ਬਹੁਤ ਵਿਚਾਰੇ ਦੁਖੀ ਹੋ ਗਏ। ਸੁਰ ਅਵਤਾਰ ਮਨਾਏ ਅਪਾਰਾ। ਜਿਹੜੇ ਲੋਕ ਹੈ ਕਹਿੰਦੇ ਅਵਤਾਰਾਂ ਨੂੰ ਬੇਅੰਤ ਮਨਾਈ ਜਾਂਦੇ, ਹੋਰ ਦੇਵਤਿਆਂ ਨੂੰ ਮਨਾਈ ਪੂਜੀ ਜਾਂਦੇ ਹਨ। ਪ੍ਰੰਚਨ ਦੀਨਸ ਕਿਸੂ ਸਹਾਰਾ। ਪਰ ਕਿਸੇ ਨੇ ਵੀ ਕਹਿੰਦੇ ਦੁਖੀ ਲੋਕਾਂ ਨੂੰ ਥੋੜਾ ਮੋਟਾ ਦੇਵਤਿਆਂ ਨੇ ਅਵਤਾਰਾਂ ਨੇ ਸਹਾਰਾ ਨਹੀਂ ਦਿੱਤਾ ਹੈ। ਥਰ ਹਰ ਬੇੜਾ ਧਰਮ ਡੁਲਾਇਓ। ਜਿਹੜਾ ਧਰਮ ਦਾ ਬੇੜਾ ਸੀ, ਧਰਮ ਦਾ ਜਹਾਜ਼ ਸੀ, ਉਹ ਤਾਂ ਥਰਨ ਥਰਨ ਕਰਕੇ ਡੋਲਿਆ, ਥਰਨ ਥਰਨ ਕਰਕੇ ਕੰਬਣ ਲੱਗਿਆ, ਡਾਵਾਂ ਡੋਲ ਹੋ ਗਿਆ ਧਰਮ। ਧਰਨੀ ਧੀਰਜ ਤਬੈ ਛੁਡਾਇਓ। ਜਿਹੜੇ ਧਰਤੀ ਹੈ ਉਹਨੇ ਜਿਹੜਾ ਧੀਰਜ ਤਦੋਂ ਛੱਡ ਦਿੱਤਾ ਹੈ, ਉਹ ਵੀ ਡਕਡੋਲੇ ਖਾਣ ਲੱਗ ਪਈ ਧਰਤੀ। ਪਾਪ ਭਾਰ ਤੇ ਅਤ ਦੁਖਿਆਰੀ। ਜਿਹੜੀ ਧਰਤੀ ਹੈ ਸ੍ਰਿਸ਼ਟੀ ਹੈ ਪਾਪਾਂ ਦੇ ਭਾਰ ਨਾਲ ਬਹੁਤੀ ਦੁਖੀ ਹੋ ਗਈ। ਤੇਨ ਰੂਪ ਧਰ ਕੈ ਤਿਹ ਬਾਰੀ। ਉਸ ਵੇਲੇ ਕਹਿੰਦੇ ਜਿਹੜੀ ਧਰਤੀ ਹੈ ਗਊ ਦਾ ਰੂਪ ਧਾਰਨ ਕਰਕੇ ਵਿਸ਼ਨ ਰੁਦਰ ਬ੍ਰਹਮਾ ਪੈ ਆਈ। ਸਭ ਤੋਂ ਪਹਿਲਾਂ ਕਹਿੰਦੇ ਬੈਕੁੰਠ ਵਿੱਚ ਵਿਸ਼ਨੂੰ ਦੇ ਕੋਲ ਆਈ, ਫਿਰ ਜਿੱਥੇ ਸ਼ਿਵ ਜੀ ਸ਼ਿਵ ਲੋਕ ਵਿੱਚ ਰਹਿੰਦਾ ਉੱਥੇ ਆ ਗਈ।
ਫਿਰ ਜਿੱਥੇ ਬ੍ਰਹਮਾ ਬ੍ਰਹਮ ਲੋਕ ਵਿੱਚ ਰਹਿੰਦਾ ਉੱਥੇ ਆ ਗਈ ਹੈ। ਨਿਜ ਸੰਤਨ ਦੁਖ ਬ੍ਰਿਥਾ ਸੁਨਾਈ, ਆਪਣੇ ਕਹਿੰਦੇ ਸੰਤਾਂ ਦਾ ਧਰਮੀ ਲੋਕਾਂ ਦੇ ਦੁੱਖ ਦੀ ਹਾਲਤ ਵੀ ਸੁਣਾਈ ਹੈ, ਤੇ ਆਪਣੇ ਸੰਗ ਭਲੀ ਪ੍ਰਕਾਰ ਜਿਹੜੀ ਤਨ ਦੀ ਸਰੀਰ ਦੀ ਦੁੱਖ ਦੀ ਬਿਰਥਾ ਹਾਲਤ ਹੈ। ਸੰਤਨ ਦੇ ਦੋਵੇਂ ਅਰ ਸੰਗ ਤਨ ਭਲੀ ਪ੍ਰਕਾਰ ਆਪਣੇ ਤਨ ਸਰੀਰ ਦੀ ਦੁੱਖ ਦੀ ਹਾਲਤ ਸੁਣਾਈ ਹੈ। ਆਪਣੇ ਜਿਹੜੇ ਕੋਈ ਸੰਤ ਹੈ ਧਰਮੀ ਲੋਕ ਉਹਨਾਂ ਦੀ ਵੀ ਦੁੱਖ ਦੀ ਹਾਲਤ ਸੁਣਾ ਦਿੱਤੀ ਹੈ ਧਰਤੀ ਨੇ। ਸੁਨਕਾਰ ਸ੍ਰੀ ਵਿਸ਼ਨੂੰ ਤੇ ਕਾਲਾ, ਉਸ ਵੇਲੇ ਕਹਿੰਦੇ ਜਿਹੜੇ ਵਿਕੁੰਠ ਵਾਸੀ ਵਿਸ਼ਨੂੰ ਜੀ ਹਨ ਉਹ ਧਰਤੀ ਦੀ ਕਹਿੰਦੇ ਦੁੱਖ ਦੀ ਹਾਲਤ ਸੁਣ ਕੇ ਸੁਰ ਸਭ ਢਿਗ ਬੁਲਾਏ ਤਤਕਾਲਾ, ਉਹ ਜਿੰਨੇ 33 ਕਰੋੜ ਦੇਵਤੇ ਇੰਦਰ ਸਮੇਤ ਬ੍ਰਹਮਾ ਸਮੇਤ ਸਾਰਿਆਂ ਨੂੰ ਕਹਿੰਦੇ ਆਪਣੇ ਕੋਲ ਬੁਲਾ ਲਿਆ ਵਿਸ਼ਨੂੰ ਭਗਵਾਨ ਜੀ ਨੇ। ਮਦਰ ਦੇਸ਼ ਜਹ ਨਾਮ ਬਖਾਨਾ, ਜਿਸ ਦੇਸ਼ ਦਾ ਨਾਮ ਕਹਿੰਦੇ ਮਦਰ ਕਿਹਾ ਜਾਂਦਾ, ਪੰਜਾਬ ਕਿਹਾ ਜਾਂਦਾ ਹੈ। ਸਭ ਧਰਨੀ ਕੋ ਮਦ ਸਥਾਨਾ, ਜਿੰਨੀ ਸਾਰੀ ਸ੍ਰਿਸ਼ਟੀ ਆ ਉਹਦਾ ਕਹਿੰਦੇ ਸਮਝ ਲਓ ਵੀ ਮੱਧ ਸਥਾਨ ਹੈ, ਇਹ ਵਿਚਾਲੜਾ ਸਥਾਨ ਹੈ। ਤਹਾਂ ਆਏ ਸੁਭ ਥਲ ਕੋ ਹੇਰਾ, ਇੱਥੇ ਪੰਜਾਬ ਵਿੱਚ ਆ ਕੇ ਭਗਵਾਨ ਵਿਸ਼ਨੂੰ ਕਹਿੰਦੇ ਬਹੁਤ ਚੰਗਾ ਜਿਹੜਾ ਥਾਂ ਹੈ ਉਹਦੀ ਟੋਲ ਕੀਤੀ ਹੈ, ਚੰਗਾ ਥਾਂ ਲੱਭਿਆ ਹੈ। ਹੁਤੋ ਅੰਬ ਤਹਿ ਕਛੁਕ ਚੰਗੇਰਾ, ਉੱਥੇ ਆਏ ਹੈ ਜਿੱਥੇ ਕਹਿੰਦੇ ਬਹੁਤ ਚੰਗਾ ਥੋੜਾ ਜਿਹਾ ਜਲ ਵੀ ਖੜੋਤਾ ਨੀਵੇਂ ਥਾਂ, ਤਹਿਤ ਕੇ ਚਾਰ ਔਰ ਸਭ ਥੇਰੇ, ਉਹ ਜਿਹੜਾ ਸਵੱਛ ਜਲ ਹੈ ਉਹਦੇ ਚਾਰੇ ਤਰਫ ਹੀ ਭਗਵਾਨ ਵਿਸ਼ਨੂੰ ਜੀ ਸਾਰੇ ਦੇਵਤਿਆਂ ਬ੍ਰਹਮਣ ਵਿਸ਼ਨੂੰ ਬ੍ਰਹਸਪਤ 33 ਕਰੋੜ ਦੇਵਤਿਆਂ ਦੇ ਸਮੇਤ ਉਸ ਉਜਲ ਸਾਫ ਸੁਥਰੇ ਜਲ ਦੇ ਚਾਰੀ ਤਰਫੀ ਸਥਿਤ ਹੋ ਗਏ। ਸ੍ਰੀ ਅਕਾਲ ਜੂ ਸਿਮਰਨ ਕਰੇ, ਸਾਰਿਆਂ ਨੇ ਹੱਥ ਜੋੜ ਕੇ ਜੋ ਮਾਇਆ ਦਾ ਮਾਲਕ ਅਕਾਲ ਪੁਰਖ ਹੈ ਉਹਨੂੰ ਯਾਦ ਕੀਤਾ, ਉਹਦੇ ਅੱਗੇ ਅਰਦਾਸ ਕਰਨ ਲੱਗ ਪਏ ਹਨ। ਹੇ ਪ੍ਰਭ ਰੱਖਿਆ ਕਰੋ ਹਮਾਰੀ, ਇਹ ਸਾਡੇ ਮਾਲਕ ਅਕਾਲ ਪੁਰਖ ਜੀ ਸਾਡੀ ਤੁਸੀਂ ਸਭ ਤਰ੍ਹਾਂ ਕਰਕੇ ਰੱਖਿਆ ਕਰੋ, ਰਾਖੀ ਕਰੋ ਜੀ। ਨਤ ਧਰਨੀ ਪ੍ਰਾਪਤ ਦੁਖ ਭਾਰੀ, ਨਹੀਂ ਤਾਂ ਮਾਰਾ ਆਪ ਤੋਂ ਬਗੈਰ ਧਰਤੀ ਨੂੰ ਭਾਰੀ ਦੁੱਖ ਹੋ ਰਿਹਾ ਹੈ, ਬਹੁਤ ਦੁਖੀ ਹੋ ਰਹੀ ਹੈ। ਜੁਗ ਜੁਗ ਜਬ ਹੈ ਅਧਰਮੀ ਬਾਂਧੈ, ਕਿਉਂਕਿ ਹੈ ਪਰਮੇਸ਼ਰ ਜੀ ਹੈ ਅਕਾਲ ਪੁਰਖ ਜੀ ਜੁਗਾਂ ਜੁਗਾਂ ਵਿੱਚ ਜਦੋਂ ਧਰਮੀ ਲੋਕ ਵੱਧ ਜਾਂਦੇ ਹੈ ਪਾਪੀ ਵੱਧ ਜਾਂਦੇ ਹੈ। ਪਟ ਅਵਤਾਰ ਤਿਨਹੋਂ ਕੋ ਸੰਧੈ, ਤੁਸੀਂ ਮਾਰਾ ਕੋਈ ਨਾ ਕੋਈ ਅਵਤਾਰ ਭੇਜ ਕੇ ਉਹਨਾਂ ਨੂੰ ਸੋਧਾ ਲਾਉਣੇ ਖਤਮ ਕਰਦੇ ਪਾਪੀਆਂ ਨੂੰ। ਅਬ ਤੋ ਧਰਮ ਏਕ ਪਗ ਧਰ ਹੈ, ਇਹ ਪਰਮੇਸ਼ਰ ਕੀ ਦਸੀਏ ਹੁਣ ਜਿਹੜਾ ਧਰਮ ਹੈ ਉਹ ਇੱਕ ਪੈਰ ਰੱਖ ਰਿਹਾ, ਇੱਕ ਪੈਰ ਦੇ ਹਿੱਸੇ ਧਰਮ ਰੱਖਿਆ ਹੈ। ਰਾਵ ਰਾਏ ਬਿਨ ਕਾਜ ਨ ਸਰ ਹੈ, ਹਾਂ ਕਹਿੰਦੇ ਭਾਵੇਂ ਰਾਜੇ ਹੈ ਭਾਵੇਂ ਰਾਏ ਹੈ ਕਹਿੰਦੇ ਬਿਨਾਂ ਇਸ ਤੋਂ ਕਹਿੰਦੇ ਕੰਮ ਨਹੀਂ ਕਿਸੇ ਦਾ ਸਰਦਾ ਹੈ। ਮੈਂ ਥੋੜਾ ਬਹੁਤਾ ਧਰਮ ਦਾ ਸਹਾਰਾ ਲੈਂਦੇ ਹੈ, ਬਾਕੀ ਸਭ ਦੁਖੀ ਹੈ, ਝੂਠ ਗਲਤਾਨ ਹਨ। ਅਸ ਪ੍ਰਕਾਰ ਸੁਨ ਪੁਰਖ ਅਕਾਲ, ਰਾਜੇ ਰਾਏ ਬਿਨਾ ਕਿਸੇ ਦਾ ਵੀ ਆਪਦੇ ਆਏ ਬਿਨਾ ਘਰ ਨਹੀਂ ਸਰ ਸਕਦਾ, ਭਾਵ ਕੋਈ ਨਾ ਕੋਈ ਅਵਤਾਰ ਭੇਜੋ ਫੇਰ ਰਾਜਿਆਂ ਰਾਣਿਆਂ ਦਾ ਕੰਮ ਪੂਰਾ ਹੋਊਗਾ, ਇਹ ਸੁਖੀ ਹੋਣਗੇ। ਇਸ ਤਰ੍ਹਾਂ ਦਾ ਕਹਿੰਦੇ ਅਕਾਲ ਪੁਰਖ ਨੇ ਸੁਣ ਕੇ ਬੇਨਤੀ ਨੂੰ ਭੇ ਪ੍ਰਤੱਖ ਬਾਰ ਦੇਨ ਵਿਸਾਲ, ਹਾਂ ਵਾਹਿਗੁਰੂ ਅਕਾਲ ਪੁਰਖ ਜੀ ਕਹਿੰਦੇ ਦੇਵਤਿਆਂ ਦੇ ਵਿਚਕਾਰ ਪ੍ਰਗਟ ਹੋ ਗਏ ਹੈ, ਪ੍ਰਤੱਖ ਹੋ ਗਏ ਤੇ ਵਰ ਦੇਣ ਵਾਸਤੇ ਮਹਾਨ ਵਰ ਦੇਣ ਵਾਸਤੇ ਪ੍ਰਗਟ ਹੋਏ ਹਨ। ਭਿਖ ਸਭ ਸੁਰ ਮਨ ਹਰਖ ਵਡਾਏ, ਅਕਾਲ ਪੁਰਖ ਨੂੰ ਆਪਣੇ ਵਿੱਚ ਆਇਆ ਦੇ ਕੇ ਸਾਰੇ ਦੇਵਤਿਆਂ ਨੇ ਬੜੀਆਂ ਖੁਸ਼ੀਆਂ ਆਨੰਦ ਵਧਾਇਆ। ਸ੍ਰੀ ਅਕਾਲ ਪਗ ਬੰਦੇ ਆਏ, ਸਾਰੇ 33 ਕਰੋੜ ਦੇਵਤਿਆਂ ਨੇ ਆ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਅਨਕ ਪ੍ਰਕਾਰ ਉਸਤਤੀ ਕੀਨ, ਉਦੋਂ ਬੁਰਹਾਨੇ ਢੰਗਾਂ ਨਾਲ ਅਕਾਲ ਪੁਰਖ ਦੀ ਇਹ ਦੇਵਤਿਆਂ ਨੇ ਬੜੀ ਉਸਤੀ ਮਹਿਮਾ ਵਡਿਆਈ ਕੀਤੀ ਹੈ।
ਤਿਸੀ ਅੰਬ ਮਹਿ ਭਗਤ ਹੋਏ ਲੀਨ। ਹਾਂ, ਜਿੰਨੇ ਦੇਵਤੇ ਹਨ ਉਹ ਜਿਹੜਾ ਸਵੱਛ ਜਲ ਹੈ ਨਾ, ਥੋੜਾ ਜਿਹਾ ਨੀਵੇਂ ਥਾਂ ਖੜੋਤਾ, ਉਹ ਲੈ ਕੇ ਕਹਿੰਦੇ ਉਹਦੇ ਨਾਲ ਅਕਾਲ ਪੁਰਖ ਦੇ ਚਰਨ ਧੋ ਲਏ ਹਨ। ਤਾਲ ਅਕਾਲ ਚਰਨਾਮ੍ਰਿਤ ਭਇਓ। ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਤਲਾਅ ਸੀ ਨਾ, ਉਹ ਵਾਹਿਗੁਰੂ ਦੇ ਚਰਨਾਂ ਦਾ ਅੰਮ੍ਰਿਤ ਜਲ ਬਣ ਗਿਆ। ਸਭ ਹਨ ਚਰਨਾਮ੍ਰਿਤ ਤਬ ਲਿਓ। ਜਿੰਨੇ ਦੇਵੀ ਦੇਵਤੇ ਸਾਰਿਆਂ ਨੇ ਕਹਿੰਦੇ ਉਹਦੇ ਵਿੱਚੋਂ ਚਰਨਾਮ੍ਰਿਤ ਲਿਆ, ਉਹਦੇ ਵਿੱਚੋਂ ਇਹ ਪਵਿੱਤਰ ਜਲ ਛਕਿਆ ਹੈ। ਸ੍ਰੀ ਅਕਾਲ ਤਬ ਗਿਰਾ ਉਚਾਰੀ। ਉਦੋਂ ਬਾਅਦ ਜੋ ਸੁਭਾਏਮਾਨ ਮਾਇਆ ਦੇ ਮਾਲਕ ਅਕਾਲ ਪੁਰਖ ਜੀ, ਉਹਨਾਂ ਨੇ ਬਚਨ ਬਾਣੀ ਆਖਿਆ ਹੈ। ਹੋਵਹੁ ਮੈਂ ਨਾਨਕ ਨਿਰੰਕਾਰੀ। ਇਹ ਦੇਵਤਿਓ, ਮੈਂ ਹੁਣ ਧਰਤੀ ਤੇ ਜਾ ਕੇ ਨਿਰੰਕਾਰ ਗੁਰੂ ਨਾਨਕ ਨਾਮ ਰੂਪ ਦੇ ਵਿੱਚ ਹੋਵਾਂਗਾ, ਜਾਂ ਨਾਨਕ ਨਿਰੰਕਾਰੀ ਨਾਮ ਰਖਵਾ ਕੇ ਪ੍ਰਗਟ ਹੋਵਾਂਗਾ। ਜਗ ਮਹਿ ਭਗਤ ਭਾਗ ਭਾਵ ਪ੍ਰਗਟਾਵੂੰ। ਸੰਸਾਰ ਦੇ ਵਿੱਚ ਜਿਹੜੀ ਪ੍ਰੇਮ ਨਾਲ ਭਗਤੀ ਕਰਨੀ, ਇਹ ਮੈਂ ਪ੍ਰਗਟ ਕਰਾਂਗਾ। ਪਾਪ ਕਰਮ ਤੇ ਨਰਨ ਹਟਾਵੂੰ। ਆ ਜਿਹੜੇ ਲੋਕ ਪਾਪ ਕਰਮਾਂ ਵਿੱਚ ਲੱਗੇ, ਇਹਨਾਂ ਨੂੰ ਮੈਂ ਰੋਕਾਂਗਾ, ਹਟਾਵਾਂਗਾ। 10 ਰੂਪ ਧਾਰੋਂ ਜਗ ਮਾਹੇ। ਇਹ ਦੇਵਤਿਓ, ਮੈਂ ਸੰਸਾਰ ਦੇ ਵਿੱਚ 10 ਰੂਪ ਆ ਕੇ ਧਾਰਨ ਕਰਾਂਗਾ। ਸਿੱਖੀ ਮਾਰਗ ਜਗ ਪ੍ਰਗਟਾ। ਇਹ ਸੰਸਾਰ ਦੇ ਵਿੱਚ ਗੁਰਸਿੱਖੀ ਦਾ ਜਿਹੜਾ ਰਸਤਾ ਹੈ, ਪੰਥ ਹੈ, ਮੈਂ ਪ੍ਰਗਟ ਕਰਾਂਗਾ। ਚਤਰਥ ਰੂਪ ਧਰੋਂ ਜਬ ਆਏ। ਇਹ ਵੀ ਦੇਵਤਿਓ, ਜਦੋਂ ਮੈਂ ਕਹਿੰਦੇ ਚੌਥਾ ਸਰੂਪ ਧਾਰਨ ਕਰਾਂਗਾ, ਗੁਰੂ ਰਾਮਦਾਸ ਰੂਪ, ਤਬ ਇਹ ਅੰਮ੍ਰਿਤ ਸਰ ਪ੍ਰਗਟਾਏ। ਆ ਜਿੱਥੇ ਤੁਸੀਂ ਇਹ ਕਹਿੰਦੇ ਸਵੱਛ ਜਲ ਦੇ ਇਰਦ ਗਿਰਦ ਖਲੋਤੇ ਹਨ, ਇਸ ਨੂੰ ਕਹਿੰਦੇ ਮੈਂ ਅੰਮ੍ਰਿਤ ਸਰੋਵਰ ਨਾਮ ਕਰਕੇ ਪ੍ਰਗਟ ਕਰਾਂਗਾ। ਸਭ ਜਾਵੋ ਨਿਜ ਨਿਜ ਅਸਥਾਨਾ। ਚੰਗਾ ਵੀ ਦੇਵਤਿਓ, ਤੁਸੀਂ ਸਾਰੇ ਆਪੋ ਆਪਣੇ ਸਥਾਨਾਂ ਤੇ ਚਲੇ ਜਾਓ। ਬਿਦ ਅਸ ਕਹਿ ਭੇ ਅੰਤਰ ਧਿਆਨਾ। ਆ ਇਸ ਤਰ੍ਹਾਂ ਕਹਿੰਦੇ ਵਿਧਾਤੇ ਵਾਹਿਗੁਰੂ ਜੀ ਕਹਿ ਕੇ ਤੇ ਅੰਤਰ ਧਿਆਨ ਹੋ ਗਏ, ਉੱਥੋਂ ਅਲੋਪ ਹੋ ਗਏ। ਹਰਖ ਦੇਵਗੇ ਨਿਜ ਨਿਜ ਥਾਨਾ। ਜਿੰਨੇ ਦੇਵਤੇ ਆ ਖੁਸ਼ ਹੋ ਕੇ ਆਪੋ ਆਪਣੇ ਸਥਾਨਾਂ ਨੂੰ ਚਲੇ ਗਏ। ਜਾਣਿਓ ਅਬ ਪ੍ਰਗਟੈ ਸੁਖ ਦਾਨਾ। ਸਾਰਿਆਂ ਨੇ ਜਾਣ ਲਿਆ ਵੀ ਵਾਹਿਗੁਰੂ ਪਰਮੇਸ਼ਰ ਹੁਣ ਗੁਰੂ ਨਾਨਕ ਸਰੂਪ ਦੇ ਵਿੱਚ ਪ੍ਰਗਟ ਹੋਵੇਗਾ। ਦੋਹਰਾ ਕਹਿਓ ਪ੍ਰੇਮ ਹਰ ਪ੍ਰਭੂ ਢਿਗ। ਉਸ ਵੇਲੇ ਪ੍ਰੇਮ ਸਿੰਘ ਨੇ ਕਿਹਾ ਕਿ ਪਰਮੇਸ਼ਰ ਦੇ ਕੋਲ ਦੇਵਨ ਕਰੀ ਪੁਕਾਰ। ਉਹ ਕਹਿੰਦੇ ਦੇਵੀ ਦੇਵਤੇ ਨੇ ਆ ਕੇ ਅੰਮ੍ਰਿਤਸਰ ਵਾਲੇ ਸਥਾਨ ਤੇ ਆ ਕੇ ਪ੍ਰਕਾਰ ਕੀਤੀ, ਫਰਿਆਦ ਕੀਤੀ ਸੀ। ਕੌਣ ਦਿਵਸ ਪ੍ਰਸੰਨ ਭੇ। ਉਹ ਕਿਹੜਾ ਦਿਨ ਸੀ ਜਦੋਂ ਵਾਹਿਗੁਰੂ ਜੀ ਕਹਿੰਦੇ ਇੱਥੇ ਉਹ ਪ੍ਰਸੰਨ ਹੋਏ ਸੀ। ਪਰ ਦੀਨਸ ਸੁਖ ਸਾਰ। ਸਾਰੇ ਸੁਖ ਦੇਣ ਵਾਲਾ ਕਹਿੰਦੇ ਵਰ ਦਿੱਤਾ ਸੀ ਵੀ ਮੈਂ ਗੁਰੂ ਨਾਨਕ ਰੂਪ ਦੇ ਵਿੱਚ ਆ ਕੇ ਪ੍ਰਗਟ ਹੋਵਾਂਗਾ, ਪ੍ਰੇਮਾ ਭਗਤੀ ਪ੍ਰਗਟ ਕਰਾਂਗਾ, ਸਿੱਖੀ ਪੰਥ ਪ੍ਰਗਟ ਕਰਾਂਗਾ। ਸੁਨਤ ਕਹਿਓ ਦਾਤਾਰ ਜਬ। ਹਾਂ, ਕਹਿੰਦੇ ਸੁਣ ਕੇ ਜਦੋਂ ਦਾਤਾਰ ਨੇ ਕਿਹਾ, ਦੀਨਸ ਬਰ ਸੁਖ ਦਾਨ। ਹਾਂ, ਕਹਿੰਦੇ ਸੁਖ ਦੇਣ ਵਾਲਾ ਜਿਹੜਾ ਬਰ ਉਹ ਇਸ ਤਰ੍ਹਾਂ ਦਿੱਤਾ। ਦਿਵਸ ਬਸੋਹਾ ਪਾਵਨ। ਐ ਵੀ ਪ੍ਰੇਮ ਸਿੰਘ, ਉਸ ਵੇਲੇ ਕਹਿੰਦੇ ਵਿਸਾਖੀ ਦਾ ਦਿਨ ਸੀ, ਜਾਂ ਇਹ ਸਾਲ ਦਾ ਪਹਿਲਾ ਦਿਨ ਸੀ। ਸਾਲ ਦੇ ਪਹਿਲੇ ਦਿਨ ਨੂੰ ਵੀ ਬਸੋਆ ਕਹਿੰਦੇ ਹੈ ਤੇ ਵਿਸਾਖੀ ਨੂੰ ਵੀ ਬਸੋਆ ਕਹਿੰਦੇ ਹੈ। ਜੋਤਿਸ਼ ਮਤ ਅਨੁਸਾਰ ਵਿਸਾਖੀ ਦਾ ਜਿਹੜਾ ਪਹਿਲਾ ਦਿਨ ਹੁੰਦਾ, ਉਹ ਸਾਲ ਦਾ ਪਹਿਲਾ ਦਿਨ ਮੰਨਿਆ ਜਾਂਦਾ ਹੈ, ਕਿਉਂਕਿ ਸੂਰਜ ਦੀਆਂ 12 ਰਾਸਾਂ ਹੈ। ਇਸ ਤਰ੍ਹਾਂ ਜਿਹੜੀ ਪਹਿਲੀ ਰਾਸ ਹੈ ਉਹ ਮੇਘ ਹੈ, ਤੇ ਉਹ ਜਦੋਂ ਕਹਿੰਦੇ ਉਹ ਮੇਘ ਰਾਸ ਵਿੱਚ ਪ੍ਰਵੇਸ਼ ਹੁੰਦਾ ਹੈ, ਉਹ ਵਿਸਾਖੀ ਵਾਲੇ ਦਿਨ ਹੀ ਇਹ ਪ੍ਰਵੇਸ਼ ਹੁੰਦਾ ਸੂਰਜ, ਇਸ ਕਰਕੇ ਮੇਘ ਦਾ ਸੂਰਜ ਕਹਿੰਦੇ ਹੈ। ਹਾਂ, ਇਸ ਤਰ੍ਹਾਂ ਦੂਜੇ ਬਿਕਰਮੀ ਸੰਮਤ ਅਨੁਸਾਰ ਚੇਤ ਦਾ ਮਹੀਨਾ ਪਹਿਲਾ ਸਾਲ ਦਾ, ਤੇ ਜੋਤਿਸ਼ ਮਤ ਅਨੁਸਾਰ ਵਿਸਾਖ ਦਾ ਪਹਿਲਾ ਦਿਨ, ਸੰਗਰਾਂਦ ਦਾ ਦਿਹਾੜਾ ਇਸ ਸਾਲ ਦਾ ਪਹਿਲਾ ਦਿਨ ਹੈ। ਅੱਜ ਕੱਲ੍ਹ ਜਿਹੜੇ ਆ ਦੂਜਾ ਲੈਣਾ ਹੈ, ਇਹ ਜਨਵਰੀ ਜਿਹੜੀ ਪਹਿਲੀ ਇਹਨੂੰ ਬਣਾਈ ਫਿਰਦੇ ਪਾਲਦਾ, ਇਹ ਤਾਂ ਈਸਾ ਦੇ ਜਨਮ ਦਾ ਦਿਨ ਹੈ।
ਅਸੀਂ ਅੰਗਰੇਜ਼ ਤਾਂ ਨਹੀਂ, ਅਸੀਂ ਤਾਂ ਗੁਰੂ ਕੇ ਸਿੱਖ ਹੈ। ਪਰ ਉਹ ਅਕਲ ਨਹੀਂ, ਪਤਾ ਨਹੀਂ, ਕੋਈ ਇਤਿਹਾਸ ਸੁਣਨਾ ਨਹੀਂ, ਸੁਣਾਉਣਾ ਨਹੀਂ। ਉਸ ਦਿਨ ਲਾਣਾ ਇਕੱਠਾ ਹੋਇਆ ਫਿਰੂਗਾ, ਦੇ ਤੇਰੇ ਦੀ, ਦੇ ਤੇਰੇ ਦੀ। ਜਿਸ ਦਿਨ ਮਹਾਰਾਜ ਨੇ ਅਵਤਾਰ ਧਾਰਿਆ ਜਾਂ ਵਿਸਾਖੀ ਨੂੰ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ, ਉਸ ਦਿਨ ਅਸੀਂ ਇੱਧਰ ਉੱਧਰ ਹੀ ਫਿਰਦੇ ਹੁੰਦੇ। ਪ੍ਰੇਮ ਹਰੀ ਪਹਿਚਾਨ। ਇਹ ਵੀ ਪ੍ਰੇਮ ਹਰੀ, ਹਰੀ ਨਾਮ ਸਿੰਘ ਦਾ ਸ਼ੇਰ ਦਾ ਹੈ। ਇਹ ਪ੍ਰੇਮ ਸਿੰਘ ਤੂੰ ਪਛਾਣ ਲਾ। ਜਦੋਂ ਵਾਹਿਗੁਰੂ ਨੇ ਕਹਿੰਦੇ ਇਸ ਤਰ੍ਹਾਂ ਵਰ ਦਿੱਤਾ ਸੀ ਵੀ ਮੈਂ ਗੁਰੂ ਨਾਨਕ ਰੂਪ ਹੋ ਕੇ ਹੁਣ ਧਰਤੀ ਤੇ ਆਵਾਂਗਾ, 10 ਜਾਮੇ ਧਾਰਾਂਗਾ, ਉਹ ਦਿਨ ਕਹਿੰਦੇ ਵਿਸਾਖੀ ਦਾ ਸੀ ਜਾਂ ਸਾਲ ਦਾ ਪਹਿਲਾ ਦਿਨ ਸੀ। ਜਨਮ ਮਰਨ ਮਹਿ ਨਾਹਿ ਗੁਰ। ਬਾਕੀ ਵੀ ਜਿਹੜੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ, ਉਹਨਾਂ ਨੂੰ ਕੋਈ ਜਨਮ ਮਰਨ ਨਹੀਂ ਹੈ। ਕਾਰਨ ਇਹੋ ਲਖ ਲੇ। ਬਸ ਇਹ ਕਹਿੰਦੇ ਉਹਨਾਂ ਦੇ ਆਉਣ ਦਾ ਕਾਰਨ ਜਾਣ ਲੈ ਵੀ ਉਹ ਦੇਵਤਿਆਂ ਨੇ ਫਰਿਆਦ ਕੀਤੀ, ਧਰਤੀ ਨੇ ਕਹੀ ਸੀ, ਉਹ ਆਉਣ ਦਾ ਕਾਰਨ ਜਾਣ ਲੈ। ਕੇਵਲ ਪਰਉਪਕਾਰ ਹਿਤ। ਉਹ ਕਾਰਨ ਇਹ ਜਾਣ ਲੈ ਵੀ ਕੇਵਲ ਗੁਰਾਂ ਦਾ ਆਉਣਾ ਪਰਉਪਕਾਰ ਕਰਨ ਵਾਸਤੇ ਸੀ, ਸਿਰਫ ਧਾਰਤ ਹੈ ਗੁਰ ਦੇ। ਹੋਰ ਜਿਵੇਂ ਅਸੀਂ ਲੋਕ ਕਹਿੰਦੇ ਕਰਮਾਂ ਅਨੁਸਾਰ ਕਹਿੰਦੇ ਤਰ੍ਹਾਂ ਤਰ੍ਹਾਂ ਦੀਆਂ ਦੇਹਾਂ ਧਾਰਦੇ ਨਾ, ਕਿਤੇ ਕੁਝ ਧਾਰ ਲੈਂਦੇ, ਕਿਤੇ ਕੁਝ ਬਣਨੇ ਆ। ਜਿਹੜੇ ਗੁਰੂ ਆ ਉਹ ਤਾਂ ਕਹਿੰਦੇ ਪਰਉਪਕਾਰ ਕਰਨ ਵਾਸਤੇ ਇਸ ਤਰ੍ਹਾਂ ਕੋਈ ਨਾ ਕੋਈ ਸਰੀਰ ਧਾਰਨ ਕਰ ਲੈਂਦੇ, ਮਨੁੱਖੀ ਸਰੀਰ ਵਿੱਚ ਪ੍ਰਗਟ ਹੋ ਜਾਂਦੇ। ਹੁਣ ਜਿਵੇਂ ਅਸੀਂ ਪੇਟ ਰਾਹੀਂ ਕੋਈ 10 ਮਹੀਨੇ ਪੁੱਠੇ ਜਿਹੇ ਲੰਘ ਕੇ ਫੇਰ ਆਉਂਦੇ ਆ ਰੋਂਦੇ ਧੋਂਦੇ, ਵੀ ਇਸ ਤਰ੍ਹਾਂ ਗੁਰੂ ਨੂੰ ਇਹ ਜਨਮ ਮਰਨ ਦੀ ਪੀੜਾ ਨਹੀਂ ਹੁੰਦੀ ਹੈ। ਉਹਦਾ ਪਰਉਪਕਾਰ ਕਰਨ ਵਾਸਤੇ ਇਉਂ ਕਹਿੰਦੇ ਸਰੀਰ ਪ੍ਰਗਟ ਕਰ ਲੈਂਦੇ ਆ, ਦਿਸਣ ਲੱਗ ਪੈਂਦੇ ਆ, ਪਰਉਪਕਾਰ ਕਰਕੇ ਲੋਪ ਹੋ ਜਾਂਦੇ। ਅਸੀਂ ਕਹਿੰਦੇ ਚਲੇ ਗਏ। ਔਰ ਗੁਰੂ ਦੇ ਸਰੀਰ ਵਿੱਚ ਆਉਣਾ ਜਾਣਾ ਨਹੀਂ, ਜੰਮਣਾ ਮਰਨਾ ਨਹੀਂ ਹੈ। ਇਸ ਤਰ੍ਹਾਂ ਇਹ ਇੱਥੇ ਪ੍ਰਸੰਗ ਜਿਹੜਾ ਪਹਿਲਾ ਹੈ ਉਹ ਪੂਰਾ ਹੋ ਗਿਆ ਹੈ। ਅਗਲਾ ਜਿਹੜਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਪੜਾਂਗੇ। ਜਨਮ ਮਰਨ ਮਹਿ ਨਾਹਿ ਗੁਰ, ਕਾਰਨ ਇਹੋ ਲਖ ਲੇ। ਕੇਵਲ ਪਰਉਪਕਾਰ ਹਿਤ, ਧਾਰਤ ਹੈ ਗੁਰ ਦੇ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ ਪ੍ਰਥਮ ਮਹੱਲੇ ਮੰਗਲਾ ਚਰਨ ਪ੍ਰਸੰਗ ਵਰਣਨ। ਨਾਮ ਪ੍ਰਥਮ ਮੰਦਰ ਹੈ। ਇਤੀ ਹੋਇਆ ਸਵਾਏ ਮਾਨ ਗੁਰ ਪ੍ਰਕਾਸ਼ ਨਾਮ ਦਾ ਜਿਹੜਾ ਗ੍ਰੰਥ ਹੈ, ਉਹਦਾ ਪਹਿਲੇ ਮੰਗਲ ਚਰਨ ਰੂਪ ਪ੍ਰਸੰਗ ਤੇ ਪਹਿਲਾ ਜਿਹੜਾ ਮੰਦਰ, ਪਹਿਲਾ ਮਕਾਨ, ਪਹਿਲਾ ਰਿਹਾ ਇੱਥੇ ਸਮਾਪਤ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे आचित हे पार ब्रह्म अविनाशी अगनाश, हे पूरन हे सर्वमय दुख पंजन गुणतास, हे संगी हे निरंकार, हे निर्गुण सवटे, हे गोविंद हे गुण निधान, जंके सदा भवे। हे अपरंपर हर हरे है पी हो बनहार, हे संतां का सदा संग निराराय आधार। हे ठाकुर हाँ दासरो मैं निर्गुण गुण नहीं कोय, नानक दीजै नाम दान रखो हिय परोय। आए प्रभु शरणागति कृपा निज दयाल, एक अखर हर मन वस्त नानक होत निहाल। वाहिगुरु नाम जहाज है चढ़े सो तरे पार, जो सरदा कर सेवंदे गुरु पारे उतारन हार। जो सरदा कर सेवंदे गुरु पारे उतारन हार।
ਤੂੰ ਠਾਕੁਰ